ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪਾਂ ਪਿਛਲੀ ਕਲਾਸ ਵਿੱਚ ਪੌੜੀ ਨੰਬਰ 18 ਤੱਕ ਵਿਚਾਰ ਕਰ ਲਈ ਸੀ। ਸੋ ਅੱਜ ਆਪਾਂ ਪੌੜੀ ਨੰਬਰ 19 ਤੋਂ ਸ਼ੁਰੂ ਕਰਾਂਗੇ ਤੇ ਜਿੱਥੋਂ ਤੱਕ ਕਰ ਸਕੇ ਆਪਾਂ ਕਰਾਂਗੇ। ਸੋ ਸੰਖੇਪ ਜਿਹਾ ਪੌੜੀ ਨੰਬਰ 17 ਤੇ 18 ਵਿੱਚ ਜੋ ਸਿੱਧਾਂ ਨੇ ਸਵਾਲ ਕੀਤੇ ਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤੇ ਵੀ ਤੁਸੀਂ ਕਿਸ ਕਾਰਨ ਘਰ-ਬਾਰ ਛੱਡ ਕੇ ਉਦਾਸੀ ਹੋਏ ਹੋ, ਕਿਉਂ ਤੁਸੀਂ ਇਹੋ ਜਿਹਾ ਭੇਖ ਧਾਰਨ ਕੀਤਾ ਤੇ ਤੁਸੀਂ ਕਿਸ ਸੌਦੇ ਦੇ ਵਣਜਾਰੇ ਹੋ, ਕੀ ਵਣਜ ਕਰਦੇ ਹੋ। ਭਾਵ ਤੁਸੀਂ ਦੁਨੀਆ ਵਿੱਚ ਵਿਚਰਦੇ ਹੋਏ ਪਰਮਾਤਮਾ ਦੇ ਨਾਮ ਸਿਮਰਨ ਦੇ ਸੰਬੰਧ ਵਿੱਚ ਕਿਹੋ ਜਿਹਾ ਵਣਜ ਵਪਾਰ ਕਰਦੇ ਹੋ ਤੇ ਤੁਸੀਂ ਆਪਣੇ ਸੰਗੀਆਂ ਸਾਥੀਆਂ ਨੂੰ ਸੰਸਾਰ ਸਾਗਰ ਤੋਂ ਕਿਵੇਂ ਪਾਰ ਕਰੋਗੇ। ਤੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ ਕਿ ਮੈਂ ਗੁਰਮੁਖਾਂ ਦੀ ਭਾਲ ਵਾਸਤੇ ਘਰ-ਬਾਰ ਛੱਡ ਕੇ ਇਸ ਤਰ੍ਹਾਂ ਬਾਹਰ ਨਿਕਲਿਆ। ਗੁਰਮੁਖਾਂ ਦਾ ਦਰਸ਼ਨ ਕਰਨ ਨੂੰ ਮਨ ਸੀ, ਉਹਦੇ ਕਰਕੇ ਮੈਂ ਇਹ ਭੇਖ ਧਾਰਨ ਕੀਤਾ, ਇਹੋ ਜਿਹੇ ਕੱਪੜੇ ਪਾਏ ਨੇ ਤੇ ਮੈਂ ਸੱਚ ਵੱਖਰ ਦਾ ਵਣਜਾਰਾ ਹਾਂ ਤੇ ਜਿਹੜਾ ਮੇਰੇ ਸੰਗੀ ਸਾਥੀ ਨੇ, ਜਿਹੜੇ ਵੀ ਗੁਰੂ ਦੀ ਮੱਤ ਤੇ ਤੁਰਨਗੇ ਉਹ ਪਾਰ ਉਤਰ ਜਾਣਗੇ। ਸੋ ਸੰਖੇਪ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤੇ ਸਨ। ਹੁਣ ਪੌੜੀ ਨੰਬਰ 19, 20, 21 ਤੇ 22 ਇਹਨਾਂ ਵਿੱਚ ਕਾਫੀ ਕੁਐਸਚਨ ਤੇ ਆਨਸਰ ਜਿਹੜੇ ਨੇ ਉਹ ਮਿਕਸ ਅਪ ਨੇ, ਅੱਗੇ ਪਿੱਛੇ ਨੇ। ਸੋ ਆਪਾਂ ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਸਿੱਧ ਲੋਕਾਂ ਨੇ ਸਵਾਲ ਕੀਤੇ ਨੇ ਤੇ ਕਿਵੇਂ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤੇ ਨੇ। ਤੇ ਆਪਾਂ ਇਹ ਵੀ ਸਮਝ ਹੀ ਲਿਆ ਸੀ ਪਹਿਲਾਂ ਕਿ ਇਹ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਨੇ ਕਿਤੇ ਇਕਾਂਤ ਵਿੱਚ ਬੈਠ ਕੇ ਲਿਖੀ ਏ। ਜਦੋਂ ਸਿੱਧ ਲੋਕ ਸਵਾਲ ਕਰ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਜਵਾਬ ਦੇ ਰਹੇ ਨੇ, ਇਹ ਉਸ ਵਕਤ ਨਹੀਂ ਲਿਖਿਆ ਗਿਆ ਸਭ ਕੁਝ। ਸੋ ਪੌੜੀ ਨੰਬਰ 19 ਵਿੱਚ ਸਿੱਧਾਂ ਦਾ ਜਿਹੜਾ ਪਹਿਲਾ ਸਵਾਲ ਏ ਉਹ ਹੈ ਕਿ ਕਿਤ ਬਿਧ ਪੁਰਖਾ ਜਨਮ ਵਟਾਇਆ। ਦੂਜਾ ਸਵਾਲ ਏ ਕਾਹੇ ਕਉ ਤੁਝ ਇਹ ਮਨ ਲਾਇਆ। ਤੀਜਾ ਸਵਾਲ ਏ ਕਿਤ ਬਿਧ ਆਸਾ ਮਨਸਾ ਖਾਈ। ਚੌਥਾ ਸਵਾਲ ਏ ਕਿਤ ਬਿਧ ਜੋਤ ਨਿਰੰਤਰ ਪਾਈ। ਤੇ ਪੰਜਵਾਂ ਸਵਾਲ ਏ ਬਿਨ ਦੰਤਾਂ ਕਿਉਂ ਖਾਈਐ ਸਾਰ। ਸੋ ਇਹ ਇੱਕ ਪੌੜੀ ਨੰਬਰ 19 ਵਿੱਚ ਉਹਨਾਂ ਦੇ 5 ਸਵਾਲ ਨੇ ਤੇ ਅਸੀਂ ਪਹਿਲਾਂ ਸਵਾਲਾਂ ਨੂੰ ਸੰਖੇਪ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਿਤ ਬਿਧ ਪੁਰਖਾ ਜਨਮ ਵਟਾਇਆ। ਜਨਮ ਵਟਾਇਆ ਤੋਂ ਭਾਵ ਹੈ ਤੁਸੀਂ ਆਪਣੇ ਜਨਮ ਨੂੰ, ਇਸ ਮਨੁੱਖਾ ਜਾਮੇ ਨੂੰ ਤਬਦੀਲ ਕਿਵੇਂ ਕੀਤਾ ਹੈ। ਭਾਵ ਇਹ ਆ ਕਿ ਅੱਗੇ ਅਸੀਂ ਇਹ ਸਮਝ ਲੈਣਾ ਜਦੋਂ ਉਹ ਕਹਿੰਦੇ ਨੇ ਬਿਨ ਦੰਤਾਂ ਕਿਉਂ ਖਾਈਐ ਸਾਰ, ਵੀ ਇਹ ਸੰਸਾਰ ਸਾਗਰ ਜਿਹੜਾ ਹੈ ਇਹ ਤਰਨਾ ਅਤੀ ਮੁਸ਼ਕਿਲ ਹੈ। ਇਸ ਸੰਸਾਰ ਨੂੰ, ਇਸ ਸੰਸਾਰ ਦੀ ਮੋਹ ਮਮਤਾ ਨੂੰ ਜਿੱਤਣਾ ਬੜਾ ਔਖਾ ਹੈ ਤੇ ਤੁਸੀਂ ਆਪਣਾ ਜਿਹੜਾ ਇਹ ਜੀਵਨ ਹੈ ਇਹਨੂੰ ਕਿਵੇਂ ਤਬਦੀਲ ਕਰ ਲਿਆ ਹੈ। ਤੁਸੀਂ ਕਿਵੇਂ ਮੋਹ ਮਮਤਾ ਵਿੱਚੋਂ ਉੱਚੇ ਉੱਠ ਗਏ ਹੋ, ਕਿਵੇਂ ਤੁਸੀਂ ਇਸ ਮੋਹ ਮਮਤਾ ਦਾ ਤਿਆਗ ਕਰ ਦਿੱਤਾ ਹੈ ਤੇ ਤੁਸੀਂ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਤਬਦੀਲ ਕਰ ਲਿਆ, ਬਦਲ ਲਿਆ ਹੈ। ਕਿਤ ਬਿਧ, ਕਿਸ ਤਰੀਕੇ ਨਾਲ। ਸੋ ਇਹ ਉਹਨਾਂ ਦਾ ਪਹਿਲਾ ਸਵਾਲ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਜੀਵਨ ਨੂੰ ਮੋਹ ਮਮਤਾ ਵੱਲੋਂ ਮੋੜ ਕੇ ਕਾਹੇ ਕੋ ਤੁਝੇ ਮਨ ਲਾਇਆ, ਕਿਸ ਤਰ੍ਹਾਂ ਆਪਣੇ ਮਨ ਨੂੰ ਪ੍ਰਭੂ ਨਾਲ ਜੋੜ ਲਿਆ ਹੈ ਨਾ। ਵੀ ਇਸ ਨੂੰ ਜਨਮ ਵਟਾਇਆ ਆਖਿਆ ਜਾਂਦਾ ਜਦੋਂ ਅਸੀਂ ਪਹਿਲਾਂ ਕਿਸੇ ਹੋਰ ਤਰ੍ਹਾਂ ਨਾਲ ਜੀਵਨ ਜਿਉ ਰਹੇ ਹੁੰਦੇ ਹਾਂ, ਜਿਹਦੇ ਵਿੱਚ ਅਸੀਂ ਸਿੱਖ ਲੋਕ ਕੇਸ ਵੀ ਕਟਾ ਦਿੰਦੇ ਹਾਂ, ਸ਼ਰਾਬ ਵੀ ਪੀ ਲੈਂਦੇ ਹਾਂ,
ਹੋਰ ਨਿੰਦਿਤ ਕਰਮ ਜਿਹੜੇ ਨੇ ਉਹ ਵੀ ਕਰ ਲੈਂਦੇ ਹਾਂ। ਪਰ ਜਦੋਂ ਕਿਤੇ ਸਾਨੂੰ ਚੰਗੀ ਸੰਗਤ ਮਿਲ ਜਾਂਦੀ ਹੈ, ਫਿਰ ਅਸੀਂ ਖੰਡੇ ਬਾਟੇ ਦੀ ਪਹੁਲ ਛਕ ਲੈਂਦੇ ਹਾਂ, ਅੰਮ੍ਰਿਤਧਾਰੀ ਹੋ ਜਾਂਦੇ ਹਾਂ, ਅਤੇ ਫਿਰ ਅਸੀਂ ਬਾਣੀ ਦਾ ਪਾਠ ਕਰਨ ਲੱਗ ਪੈਂਦੇ ਹਾਂ, ਵਿਕਾਰਾਂ ਦਾ ਤਿਆਗ ਕਰ ਦਿੰਦੇ ਹਾਂ। ਸੋ ਇਸ ਨੂੰ ਆਖੀਦਾ ਜਨਮ ਵਟਾਉਣਾ, ਵੀ ਪਹਿਲਾਂ ਜਨਮ ਕਿਹੋ ਜਿਹਾ ਸੀ ਜੀਵਨ, ਅਤੇ ਹੁਣ ਜੀਵਨ ਕਿਵੇਂ ਤਬਦੀਲ ਹੋ ਗਿਆ। ਸੋ ਇਹ ਕਿਸ ਤਰੀਕੇ ਨਾਲ ਜੀਵਨ ਤਬਦੀਲ ਹੋਇਆ, ਅਤੇ ਕਿਵੇਂ ਤੁਸੀਂ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜ ਲਿਆ। ਹੁਣ ਅੱਗੇ ਹੈ ਕਿਤ ਬਿਧ ਆਸਾ ਮਨਸਾ ਖਾਈ। ਆਸਾ ਜਿਹੜੀਆਂ ਸਾਡੀਆਂ ਆਸ਼ਾਵਾਂ ਨੇ, ਅਤੇ ਮਨਸਾ ਹੁੰਦਾ ਹੈ ਮਨ ਦੇ ਫੁਰਨੇ, ਜਿਹੜੀਆਂ ਡੂੰਘੀਆਂ ਖਾਹਿਸ਼ਾਂ ਹੁੰਦੀਆਂ ਨੇ। ਆਸ ਥੋੜ੍ਹੇ ਜਿਹੇ ਉਤਲੇ ਲੈਵਲ ਦੀ ਹੁੰਦੀ ਹੈ, ਅਤੇ ਖਾਹਿਸ਼ ਬਹੁਤ ਡੂੰਘੀ ਹੁੰਦੀ ਹੈ। ਸੋ ਖਾਹਿਸ਼ ਜਿਹੜੀ ਹੈ ਉਹ ਮਨ ਦੇ ਤਲ 'ਤੇ ਹੁੰਦੀ ਹੈ, ਆਸਾ ਦਿਮਾਗੀ ਤਲ 'ਤੇ ਹੁੰਦੀ ਹੈ। ਕਿਤ ਬਿਧ ਕਿਸ ਤਰੀਕੇ ਨਾਲ ਇਹ ਦਿਮਾਗੀ ਆਸ਼ਾਵਾਂ ਅਤੇ ਮਨ ਦੀਆਂ ਖਾਹਿਸ਼ਾਂ ਤੁਸੀਂ ਖਾ ਲਈਆਂ ਨੇ, ਭਾਵ ਇਹਨਾਂ ਨੂੰ ਖਤਮ ਕਰ ਦਿੱਤਾ ਹੈ। ਤੁਹਾਡੇ ਮਨ ਵਿੱਚ ਹੁਣ ਨਾ ਕੋਈ ਆਸ ਰਹੀ, ਨਾ ਕੋਈ ਖਾਹਿਸ਼ ਰਹੀ, ਅਤੇ ਇਹ ਸਭ ਤੁਸੀਂ ਕਿਵੇਂ ਖਤਮ ਕਰ ਲਈਆਂ। ਕਿਤ ਬਿਧ ਜੋਤ ਨਿਰੰਤਰ ਪਾਈ। ਸੋ ਇਸ ਸਵਾਲ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਜਿਹੜੇ ਸਿੱਧ ਲੋਕ ਸਨ ਉਹ ਵੀ ਬੜੇ ਅਧਿਆਤਮਵਾਦੀ ਲੋਕ ਸਨ, ਅਤੇ ਉਹਨਾਂ ਦਾ ਜੀਵਨ ਮਨੋਰਥ ਵੀ ਜਿਹੜਾ ਇਸ ਪ੍ਰਸ਼ਨ ਤੋਂ ਲੱਗਦਾ ਹੈ ਕਿ ਜੋਤ ਦੀ ਪ੍ਰਾਪਤੀ ਹੀ ਸੀ, ਕਿ ਕਿਵੇਂ ਅਸੀਂ ਪਰਮਾਤਮਾ ਨਾਲ ਇਕਮਿਕ ਹੋ ਸਕੀਏ, ਕਿਵੇਂ ਸਾਡੀ ਸੁਰਤ ਜਿਹੜੀ ਟੁੱਟੀ ਹੋਈ ਉਹ ਮਾਲਕ ਨਾਲ ਜੁੜ ਸਕੇ। ਵੀ ਸਾਨੂੰ ਇੰਨੇ ਸਾਲ ਹੋ ਗਏ ਨੇ ਗੁਰੂ ਗੋਰਖ ਦੇ ਚੇਲੇ ਬਣਿਆਂ ਨੂੰ, ਘਰ ਬਾਹਰ ਛੱਡਿਆਂ ਨੂੰ, ਅਸੀਂ ਜੰਗਲਾਂ ਵਿੱਚ ਰਹਿ ਕੇ ਕੰਦ ਮੂਲ ਖਾਂਦੇ ਹਾਂ, ਪਹਾੜਾਂ ਦੀਆਂ ਗੁਫਾ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਹਾਂ, ਅਜੇ ਸਾਨੂੰ ਉਸ ਨਿਰੰਤਰ ਨਿਰੰਜਨੀ ਜੋਤ ਦਾ ਦੀਦਾਰ ਨਹੀਂ ਹੋਇਆ। ਲੇਕਿਨ ਤੁਸੀਂ ਪਾ ਲਈਏ ਕਿਤ ਬਿਧ ਜੋਤ ਨਿਰੰਤਰ ਪਾਈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋ ਲਗਾਤਾਰ ਸੱਤਾ ਹੈ, ਨਿਰੰਤਰ ਮੈਨੇ ਲਗਾਤਾਰ ਜੋਤ ਮੈਨੇ ਉਸ ਦੀ ਹੋਂਦ, ਉਸ ਨੂੰ ਤੁਸੀਂ ਕਿਵੇਂ ਪਾ ਲਿਆ ਹੈ ਨਾ। ਅਸੀਂ ਅਜੇ ਤੱਕ ਨਹੀਂ ਪਾ ਸਕੇ। ਸੋ ਇਹਦਾ ਮਤਲਬ ਹੈ ਕਿ ਉਹਨਾਂ ਦਾ ਜੀਵਨ ਮਨੋਰਥ ਵੀ ਜੋਤ ਨਿਰੰਤਰ ਨੂੰ ਪਾਉਣਾ ਹੀ ਸੀ। ਪਰ ਉਹ ਜਿਵੇਂ ਇੱਥੇ ਆਪਣੀ ਸੱਚਾਈ ਜ਼ਾਹਰ ਕਰ ਰਹੇ ਨੇ ਕਿ ਅਸੀਂ ਤਾਂ ਅਜੇ ਤੱਕ ਪਾਈ ਨਹੀਂ, ਪਰ ਤੁਸੀਂ ਕਿਵੇਂ ਪਾ ਲਈ ਹੈ ਨਾ। ਕਿਤ ਬਿਧ ਜੋਤ ਨਿਰੰਤਰ ਪਾਈ। ਫਿਰ ਅੱਗੇ ਆਖਦੇ ਨੇ ਬਿਨ ਦੰਤਾਂ ਕਿਉਂ ਖਾਈਐ ਸਾਰ। ਸਾਰ ਮੈਨੇ ਲੋਹਾ, ਅਤੇ ਦੰਦਾਂ ਤੋਂ ਬਿਨਾਂ ਇਸ ਲੋਹੇ ਨੂੰ ਕਿਵੇਂ ਖਾਧਾ ਜਾ ਸਕਦਾ ਹੈ। ਸੋ ਅਸੀਂ ਇੱਕ ਮੁਹਾਵਰਾ ਪੜ੍ਹਦੇ ਹੁੰਦੇ ਸਾਂ ਛੋਟੀਆਂ ਕਲਾਸਾਂ ਵਿੱਚ ਕਿ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚਬਾਇਆ ਜਾ ਸਕਦਾ ਹੈ। ਸੋ ਇਹ ਗੱਲ ਉਹੋ ਜਿਹੀ ਹੈ, ਇੱਥੇ ਵੀ ਉਹ ਮੁਹਾਵਰਾ ਜਿਹਾ ਹੀ ਵਰਤਿਆ ਹੋਇਆ ਹੈ। ਅਤੇ ਇਹਦਾ ਅਸਲ 'ਚ ਅਰਥ ਇਹ ਹੁੰਦਾ ਹੈ ਕਿ ਕੋਈ ਬਹੁਤ ਮੁਸ਼ਕਿਲ ਕੰਮ ਜਿਹੜਾ ਹੈ ਉਹਨੂੰ ਕਿਸੇ ਆਸਾਨ ਤਰੀਕੇ ਨਾਲ ਕਰ ਲੈਣਾ, ਇਹ ਕਿਵੇਂ ਹੋ ਗਿਆ। ਸੋ ਇਹਦਾ ਅਸਲ 'ਚ ਮਤਲਬ ਇਹੀ ਹੁੰਦਾ ਹੈ। ਅਤੇ ਲੋਹੇ ਦੇ ਚਨੇ ਚਬਾਣਾ ਜਿਵੇਂ ਇੱਕ ਮੁਹਾਵਰਾ ਉਹ ਵੀ ਹੈ, ਅਤੇ ਲੋਹੇ ਦੇ ਚਨੇ ਵੀ ਕਿਸੇ ਨੂੰ ਕਿਸੇ ਕਠਿਨਾਈ ਵਿੱਚ ਪਾ ਦੇਣਾ ਜਾਂ ਉਹਨੂੰ ਕਰੜੀ ਮਾਰਨਾ ਅਤੇ ਜਿਹੜੀ ਉਹ ਸਦਾ ਲਈ ਯਾਦ ਰੱਖੇ। ਸੋ ਇਸ ਤਰ੍ਹਾਂ ਦਾ ਉਹ ਮੁਹਾਵਰੇ ਦੇ ਮਤਲਬ ਬਣਦੇ ਨੇ। ਸੋ ਇੱਥੇ ਇਹਦਾ ਮਤਲਬ ਹੈ ਕਿ ਇਹ ਜਿਹੜਾ ਸੰਸਾਰ ਹੈ, ਇਹ ਪਾਰ ਕਰਨਾ, ਇਸ ਸੰਸਾਰ ਸਾਗਰ ਨੂੰ ਤਰ ਜਾਣਾ ਬੜਾ ਹੀ ਮੁਸ਼ਕਿਲ ਹੈ। ਅਤੇ ਇਹ ਇਸ ਤਰ੍ਹਾਂ ਹੀ ਮੁਸ਼ਕਿਲ ਹੈ ਜਿਵੇਂ ਮੋਮ ਦੇ ਦੰਦਾਂ ਨਾਲ ਲੋਹਾ ਚੱਬਣਾ ਹੋਵੇ, ਨਹੀਂ ਚੱਬਿਆ ਜਾ ਸਕਦਾ। ਪਰ ਇਹ ਜਿਹੜੀ ਮੋਹ ਮਮਤਾ ਹੈ ਸੰਸਾਰ ਦੀ, ਇਹ ਵੀ ਇਸ ਤੋਂ ਉੱਚੇ ਉੱਠ ਜਾਣਾ ਵੀ ਇੰਨਾ ਹੀ ਔਖਾ ਹੈ। ਅਤੇ ਤੁਸੀਂ ਦੱਸੋ ਵੀ ਇਹ ਜਿਹੜਾ ਸੰਸਾਰਿਕ ਮੋਹ ਮਮਤਾ 'ਚੋਂ ਉੱਚਾ ਉੱਠ ਜਾਣਾ ਹੈ, ਇਹ ਕਿਵੇਂ ਹੋ ਸਕਦਾ ਹੈ। ਨਾਨਕ ਸਾਚਾ ਕਰੋ ਵਿਚਾਰ, ਸਾਡੇ ਨਾਲ ਇਹ ਸੱਚੀ ਵਿਚਾਰ ਤੁਸੀਂ ਸਾਂਝੀ ਕਰੋ। ਸੋ ਇਹ 5 ਸਵਾਲ ਉਹਨਾਂ ਦੇ ਇਹਦੇ ਵਿੱਚ ਨੇ, ਅਤੇ ਅਖੀਰ 'ਤੇ ਆਖਦੇ ਨੇ ਕਿ ਸਾਨੂੰ ਜਿਹੜੀ ਸੱਚੀ ਵਿਚਾਰ ਹੈ ਜੋ ਤੁਹਾਡੀ ਹੈ, ਤੁਹਾਡੇ ਮਨ ਵਿੱਚ ਹੈ, ਉਹ ਸਾਡੇ ਨਾਲ ਸਾਂਝੀ ਕਰੋ। ਅਤੇ ਹੁਣ ਸਵਾਲਾਂ ਦੇ ਜਵਾਬ ਦਿੰਦੇ ਨੇ ਗੁਰੂ ਨਾਨਕ ਸਾਹਿਬ।
ਜਿਹੜਾ ਪਹਿਲਾ ਸਵਾਲ ਸੀ ਇਸ ਪੌੜੀ ਨੰਬਰ 19 ਦਾ, ਤੇ ਮੈਂ ਇਹਨਾਂ ਦੀ ਗਿਣਤੀ ਕਰਦਾ ਆ ਰਿਹਾ ਨਾਲ ਦੀ ਨਾਲ। ਇਹ ਕੁਐਸਚਨ ਨੰਬਰ 27 ਹੈ। ਸੋ ਇਸ ਤੋਂ ਪਿੱਛੇ ਯਾਨੀ 26 ਸਵਾਲ ਉਹਨਾਂ ਦੇ ਹੋ ਚੁੱਕੇ ਨੇ, ਤੇ ਇਹ 27ਵਾਂ ਸਵਾਲ ਹੈ। ਤੇ ਉਹਦੇ ਵਿੱਚ 27ਵੇਂ ਸਵਾਲ ਦਾ ਜਵਾਬ ਜਿਹੜਾ ਗੁਰੂ ਨਾਨਕ ਸਾਹਿਬ ਨੇ ਪੌੜੀ ਨੰਬਰ 20 ਦੀ ਪਹਿਲੀ ਲਾਈਨ ਵਿੱਚ ਦਿੱਤਾ, ਉਹ ਆਖਦੇ ਨੇ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਗਵਨ ਦਾ ਮਤਲਬ ਹੈ ਆਵਾਗਮਨ। ਆਵਾਗਮਨ ਦਾ ਮਤਲਬ ਹੁੰਦਾ ਹੈ ਆਉਣਾ ਤੇ ਜਾਣਾ। ਗਵਨ ਮੈਨੇ ਜਾਣਾ, ਆਉਣਾ ਮੈਨੇ ਆਉਣਾ ਹੀ ਹੁੰਦਾ ਹੈ। ਸਤਿਗੁਰ ਕੈ ਜਨਮੇ, ਉਹਨਾਂ ਨੇ ਪੁੱਛਿਆ ਸੀ ਕਿਤ ਬਿਧ ਪੁਰਖਾ ਜਨਮ ਵਟਾਇਆ, ਇਹ ਜੀਵਨ ਨੂੰ ਤਬਦੀਲ ਕਿਵੇਂ ਕਰ ਲਿਆ ਹੈ। ਤੇ ਗੁਰੂ ਸਾਹਿਬ ਆਖਦੇ ਨੇ, ਮੈਂ ਸਤਿਗੁਰੂ ਦੇ ਘਰ ਵਿੱਚ ਜਨਮ ਲਿਆ ਹੈ, ਜਿਸ ਕਰਕੇ ਮੇਰਾ ਜਨਮ ਤਬਦੀਲ ਹੋ ਗਿਆ, ਮੇਰਾ ਜੀਵਨ ਵਟੀਚ ਗਿਆ ਹੈ, ਬਦਲ ਗਿਆ ਹੈ। ਸੋ ਸਤਿਗੁਰ ਕੈ ਜਨਮੇ, ਕਿਵੇਂ ਜਨਮ ਲਈਦਾ ਸਤਿਗੁਰੂ ਦੇ ਘਰ ਵਿੱਚ। ਅਸੀਂ ਸੰਸਾਰ ਦੇ ਅੰਦਰ ਅਣਗਿਣਤ ਪਸ਼ੂ ਆਪਣਾ ਮਨੁੱਖਾ ਜੂਨੀ ਵਿੱਚ ਜੀਵ ਜਿਹੜੇ ਆ ਪੈਦਾ ਹੁੰਦੇ ਆ, ਜਨਮ ਲੈ ਰਹੇ ਆ, ਤੇ ਕੀ ਸਾਡੇ ਸਾਰਿਆਂ ਵਿੱਚੋਂ ਕੋਈ ਸਤਿਗੁਰੂ ਦੇ ਘਰ ਵੀ ਜਨਮ ਲੈਂਦਾ ਹੈ? ਇਹ ਵੇਖਣ ਵਾਲੀ ਗੱਲ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਆਖਦੇ ਨੇ, ਮੈਂ ਜਿਹੜਾ ਆਪਣਾ ਜੀਵਨ ਤਬਦੀਲ ਕੀਤਾ ਹੈ, ਇਹ ਗੁਰੂ ਦੇ ਘਰ ਵਿੱਚ ਜਨਮ ਲੈ ਕੇ ਤਬਦੀਲ ਕੀਤਾ ਹੈ। ਸੋ ਗੁਰੂ ਦੇ ਘਰ ਵਿੱਚ ਜਨਮ ਲੈਣ ਤੋਂ ਮਤਲਬ ਬੜਾ ਸਪਸ਼ਟ ਹੈ ਕਿ ਗੁਰੂ ਨੂੰ ਆਪਣਾ ਮਾਤਾ ਪਿਤਾ ਮੰਨ ਲੈਣਾ, ਗੁਰੂ ਦੇ ਦੱਸੇ ਰਾਹ ਤੇ ਚੱਲਣਾ, ਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣਾ, ਇਹ ਸਤਿਗੁਰ ਕੈ ਜਨਮੇ ਗਮਨ ਮਿਟਾਇਆ ਹੈ। ਸੋ ਸਤਿਗੁਰੂ ਦੇ ਘਰ ਸਾਡਾ ਉਦੋਂ ਜਨਮ ਹੁੰਦਾ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣਾ ਮਾਤਾ ਪਿਤਾ ਮੰਨ ਲੈਂਦੇ ਹਾਂ। ਕੇਵਲ ਕਹਿੰਦੇ ਨਹੀਂ, ਕੇਵਲ ਪੜ੍ਹਦੇ ਨਹੀਂ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਹੈ ਨਾ। ਹੁਣ ਤੇ ਅਸੀਂ ਸਿਰਫ ਉੱਤੋਂ ਪੜ੍ਹ ਕੇ ਅੱਗੇ ਲੰਘ ਜਾਂਦੇ ਹਾਂ। ਤੇ ਜੇ ਸਾਨੂੰ ਉਸੇ ਹੀ ਵੇਲੇ ਜਦੋਂ ਅਸੀਂ ਉਹ ਸ਼ਬਦ ਪੜ੍ਹ ਰਹੇ ਹੋਈਏ ਤੇ ਕੋਈ ਜਣਾ ਆ ਕੇ ਪੁੱਛੇ ਤੇਰੀ ਮਾਤਾ ਜੀ ਦਾ ਨਾਂ ਕੀ ਹੈ, ਤੇਰੇ ਪਿਤਾ ਜੀ ਦਾ ਨਾਂ ਕੀ, ਤੇ ਅਸੀਂ ਇੱਕਦਮ ਆਪਣੇ ਦੁਨਿਆਵੀ ਮਾਤਾ ਪਿਤਾ ਦਾ ਨਾਂ ਹੀ ਦੱਸਦੇ ਹਾਂ। ਇਹਦਾ ਮਤਲਬ ਹੈ ਪਹਿਲਾਂ ਅਸੀਂ ਐਵੇਂ ਹੀ ਪੜ੍ਹ ਰਹੇ ਸਾਂ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮੈਨੂੰ ਪੁੱਛਿਆ ਗਿਆ ਤੇ ਮੈਂ ਆਪਣਾ ਮਾਤਾ ਪਿਤਾ ਦੁਨਿਆਵੀ ਹੀ ਦੱਸਿਆ। ਪਰ ਦੱਸਣਾ ਪੈਂਦਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਕਿਉਂ ਦੱਸਿਆ ਹੈ। ਮੇਰਾ ਮਤਲਬ ਹੈ ਕਿ ਸਾਡੇ ਮਨ ਵਿੱਚ ਜਿਹੜੀ ਉਹ ਭਾਵਨਾ ਹੈ ਮਾਤਾ ਪਿਤਾ ਵਾਲੀ ਤੇ ਬੱਚੇ ਹੋਣ ਵਾਲੀ, ਉਹ ਸਿਰਫ ਦੁਨਿਆਵੀ ਤੌਰ ਤੇ ਦੁਨਿਆਵੀ ਮਾਤਾ ਪਿਤਾ ਨਾਲ ਹੀ ਜੁੜੀ ਹੋਈ ਹੈ। ਇਸ ਵਾਹਿਗੁਰੂ ਜੀ ਰੂਪ ਮਾਤਾ ਪਿਤਾ ਨੂੰ ਅਸੀਂ ਕੇਵਲ ਸ਼ਬਦਾਂ ਰਾਹੀਂ ਕਹਿ ਰਹੇ ਹਾਂ। ਸਾਡੀ ਭਾਵਨਾ ਉਹੋ ਜੀ ਜਿਹੋ ਜੀ ਆਪਣੇ ਮਾਤਾ ਪਿਤਾ ਨਾਲ ਜੁੜੀ ਹੈ, ਉਹੋ ਜੀ ਪਰਮਾਤਮਾ ਨਾਲ ਨਹੀਂ ਜੁੜੀ। ਸੋ ਮੇਰਾ ਕਹਿਣ ਤੋਂ ਸਿਰਫ ਮਤਲਬ ਇੰਨਾ ਹੀ ਹੈ ਕਿ ਸਾਨੂੰ ਕੇਵਲ ਇਹ ਹੀ ਨਹੀਂ ਆਖਣਾ ਚਾਹੀਦਾ ਕਿ ਵਾਹਿਗੁਰੂ ਹੀ ਸਾਡਾ ਮਾਤਾ ਪਿਤਾ ਹੈ, ਮਨ ਕਰਕੇ ਮਨ ਵੀ ਲੈਣਾ ਚਾਹੀਦਾ ਹੈ। ਤੇ ਫਿਰ ਜਦੋਂ ਮਾਤਾ ਪਿਤਾ ਕੁਝ ਵੀ ਕਰੇ, ਅਸੀਂ ਉਸ ਨੂੰ ਪ੍ਰਵਾਨ ਕਰਦੇ ਹਾਂ ਕਿ ਬੱਚੇ ਦੀ ਨਿਸਬਤ ਮਾਤਾ ਪਿਤਾ ਬਹੁਤ ਸਿਆਣੇ ਹੁੰਦੇ ਨੇ। ਉਹ ਬੱਚੇ ਨੂੰ ਚੰਗਾ ਭੋਜਨ ਦਿੰਦੇ ਨੇ ਆਪਣੀ ਮਰਜ਼ੀ ਦਾ, ਬੱਚੇ ਨੂੰ ਆਪਣੀ ਮਰਜ਼ੀ ਦੇ ਕੱਪੜੇ ਦਿੰਦੇ ਨੇ, ਪਰ ਉਹ ਮਾੜੇ ਨਹੀਂ ਦਿੰਦੇ, ਭੋਜਨ ਮਾੜਾ ਨਹੀਂ ਦਿੰਦੇ। ਪਰ ਜੇ ਬੱਚਾ ਕੌਲੀ ਨੂੰ ਚੁੱਕ ਕੇ ਪਰਾਂ ਮਾਰੇ ਕਿ ਮੈਨੂੰ ਨਹੀਂ ਪਸੰਦ, ਤੇ ਉਹ ਚੰਗਾ ਨਹੀਂ ਲੱਗਦਾ। ਕਿਉਂਕਿ ਮਾਤਾ ਪਿਤਾ ਨੇ ਸਾਡੀ ਸਿਹਤ, ਸਾਡੀ ਹਰ ਤਰ੍ਹਾਂ ਨਾਲ ਦੇਖਭਾਲ ਕਰਨੀ ਹੈ, ਤੇ ਸਾਨੂੰ ਉਹ ਚੀਜ਼ਾਂ ਦਿੰਦੇ ਨੇ ਜਿਹੜੀਆਂ ਸਾਡੀ ਸਿਹਤ ਲਈ ਚੰਗੀਆਂ ਹੋਣ। ਸਾਡੇ ਲਈ ਚੰਗੇ ਸਕੂਲ ਚੁਣਦੇ ਨੇ, ਸਾਡੇ ਲਈ ਚੰਗਾ ਵਾਤਾਵਰਨ ਚੁਣਦੇ ਨੇ, ਸਾਡੇ ਲਈ ਚੰਗੇ ਜੀਵਨ ਸਾਥੀ ਚੁਣਦੇ ਨੇ, ਸਾਡੇ ਲਈ ਸਭ ਕੁਝ ਉਹ ਚੰਗਾ ਹੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਜੇ ਇਸੇ ਤਰ੍ਹਾਂ ਅਸੀਂ ਜੇ ਸਮਝ ਲਈਏ ਕਿ ਰੱਬ ਜੀ ਸਾਡੇ ਮਾਤਾ ਪਿਤਾ ਨੇ ਤੇ ਸਾਡੇ ਲਈ ਹਰ ਚੀਜ਼ ਉਹ ਚੰਗੀ ਹੀ ਕਰਨਗੇ, ਤੇ ਅਸੀਂ ਭਾਂਡੇ ਨਾ ਭੰਨੀਏ ਤੇ ਫਿਰ ਉਹਦੀ ਰਜ਼ਾ ਵਿੱਚ ਚੱਲੀਏ। ਬੜੀ ਸਿੱਧੀ ਜੀ ਗੱਲ ਹੈ। ਜਦੋਂ ਅਸੀਂ ਉਹ ਤੇ ਕਿੰਤੂ ਪਰੰਤੂ ਕਰਦੇ ਹਾਂ ਤੇ ਇਹਦਾ ਮਤਲਬ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਉਸ ਨੂੰ ਆਪਣਾ ਮਾਤਾ ਪਿਤਾ ਮੰਨਿਆ ਹੀ ਨਹੀਂ। ਅਜੇ ਅਸੀਂ ਅਗਿਆਨਤਾ ਵਿੱਚ ਹਾਂ ਕਿ ਸ਼ਾਇਦ ਮੇਰੇ ਮਾਤਾ ਪਿਤਾ ਮੈਨੂੰ ਰੋਟੀ ਚੰਗੀ ਨਹੀਂ ਦੇ ਰਹੇ, ਮੇਰੇ ਮਾਤਾ ਪਿਤਾ ਮੈਨੂੰ ਕੱਪੜੇ ਚੰਗੇ ਨਹੀਂ ਦੇ ਰਹੇ, ਮੇਰੇ ਮਾਤਾ ਪਿਤਾ ਨੇ ਮੇਰੇ ਲਈ ਚੰਗਾ ਸਕੂਲ ਨਹੀਂ ਚੁਣਿਆ। ਇਹ ਫਿਰ ਸਾਡੀ ਅਗਿਆਨਤਾ ਹੀ ਹੈ। ਮਾਤਾ ਪਿਤਾ ਆਪਣੇ ਤਨ ਮਨ ਤੋਂ ਆਪਣੇ ਬੱਚਿਆਂ ਲਈ ਕੁਝ ਚੰਗਾ ਹੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ ਸਾਰੀ ਵਿਚਾਰ ਕਰਨ ਤੋਂ ਮੇਰਾ ਸਿਰਫ ਮਤਲਬ ਇੰਨਾ ਹੀ ਹੈ ਕਿ ਅਸੀਂ ਰੱਬ ਜੀ ਨੂੰ ਕੇਵਲ ਆਪਣਾ ਮਾਤਾ ਪਿਤਾ ਸ਼ਬਦਾਂ ਰਾਹੀਂ ਨਾ ਕਹਿੰਦੇ ਰਹਿ ਜਾਈਏ,
ਮਨ ਕਰਕੇ ਮੰਨ ਲਈਏ, ਤੇ ਮੰਨ ਲੈਣ ਤੋਂ ਮੇਰਾ ਤਾਤਪਰ ਜੇ ਰੱਬ ਦੀ ਰਜ਼ਾ ਨੂੰ ਸਿਰ ਮੱਥੇ ਤੇ ਪ੍ਰਵਾਨ ਕਰ ਲੈਣਾ। ਸੋ ਇਸ ਨੂੰ ਆਖਦੇ ਨੇ ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਸਤਿਗੁਰੂ ਦੇ ਘਰ ਉਦੋਂ ਜਨਮ ਹੋ ਜਾਂਦਾ ਹੈ ਜਦੋਂ ਕੋਈ ਮਨੁੱਖ ਸਤਿਗੁਰੂ ਦੇ ਬਚਨਾਂ ਨੂੰ ਸਤ-ਸਤ ਕਰਕੇ ਮੰਨਦਾ ਹੈ, ਤੇ ਫਿਰ ਉਹਦਾ ਇਹ ਜੀਵਨ ਤਬਦੀਲ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਆਖਦੇ ਨੇ ਇਹ ਇੱਕ ਤਰੀਕਾ ਹੈ ਜੀਵਨ ਨੂੰ ਤਬਦੀਲ ਕਰਨ ਦਾ, ਤੇ ਇਹ ਸਿੱਧ ਮੰਡਲੀ ਦੇ ਲੋਕੋ ਮੈਂ ਇਸ ਢੰਗ ਦੇ ਨਾਲ ਆਪਣੇ ਜੀਵਨ ਨੂੰ ਤਬਦੀਲ ਕੀਤਾ ਹੈ। ਕਾਹੇ ਕੋ ਤੋ ਜੇ ਮਨ ਲਾਇਆ, ਹੁਣ ਉਹ ਦੱਸਦੇ ਨੇ ਅਨਹਤ ਰਾਤੇ ਇਹ ਮਨ ਲਾਇਆ। ਅਨਹਤ ਦਾ ਮਤਲਬ ਹੈ ਅਨਹਦ, ਅਨਹਦ ਦਾ ਮਤਲਬ ਹੈ ਇੱਕ ਰਸ ਜੋ ਲਗਾਤਾਰ ਹੋ ਰਹੀ ਹੈ ਕੋਈ ਚੀਜ਼, ਅਤੇ ਅਨਹਤ ਦਾ ਮਤਲਬ ਇੱਕ ਹੋਰ ਹੁੰਦਾ ਹੈ ਕਿ ਜਿਹੜਾ ਕਿਸੇ ਚੀਜ਼ ਦੀ ਆਹਤ ਤੋਂ ਬਿਨਾਂ, ਉਹਨੂੰ ਕਿਸੇ ਚੀਜ਼ ਨੂੰ ਵਜਾਉਣ ਤੋਂ ਬਿਨਾਂ ਕੋਈ ਆਵਾਜ਼ ਹੋ ਰਹੀ ਹੋਵੇ, ਉਸ ਨੂੰ ਵੀ ਅਨਹਤ ਆਖਦੇ ਨੇ। ਸੋ ਮੈਂ ਅਨਹਦ ਸ਼ਬਦ ਵਿੱਚ ਆਪਣੇ ਮਨ ਨੂੰ ਰੰਗ ਲਿਆ। ਸੋ ਇਸ ਦੀ ਜਿਹੜੀ ਵਿਚਾਰ ਹੈ ਉਹ ਬੜੀ ਗਹਿਰਾਈ ਵਾਲੀ ਹੈ, ਬੜੀ ਡੂੰਘੀ ਹੈ, ਮੈਂ ਨਹੀਂ ਕਰ ਪਾਵਾਂਗਾ, ਪਰ ਮੈਂ ਇੱਕ ਪ੍ਰਮਾਣ ਜ਼ਰੂਰ ਤੁਹਾਡੇ ਸਾਹਮਣੇ ਰੱਖਾਂਗਾ। ਉਹ ਅਸੀਂ ਐਤਵਾਰ ਹੀ ਸਮਝਦੇ ਸਭ ਹੈ, ਸਾਡੀ ਇੱਕ ਛੋਟੀ ਜਿਹੀ ਕਲਾਸ ਹੁੰਦੀ ਹੈ ਐਤਵਾਰ ਲੰਗਰ ਤੋਂ ਬਾਅਦ, ਉਹਦੇ ਵਿੱਚ ਅਸੀਂ ਸਮਝ ਰਹੇ ਸਾਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਜੋ 344 ਨੰਬਰ ਪੇਜ ਤੇ ਹੈ। ਉਹਦੇ ਵਿੱਚ 12ਵੀਂ ਥਿੱਤ ਰਾਹੀਂ 12ਵੀਂ ਤਰੀਕ ਰਾਹੀਂ ਕਬੀਰ ਸਾਹਿਬ ਦੱਸਦੇ ਸਨ, ਬਾਰਸ ਬਾਰਹਿ ਉਗਵੈ ਸੂਰ, ਐਹਨਿਸ ਬਾਜੇ ਅਨਹਦ ਤੂਰ, ਦੇਖਿਆ ਤਿਹੂ ਲੋਕ ਕਾ ਪੀਓ, ਅਚਰਜ ਭਇਆ ਜੀਵ ਤੇ ਸੀਓ। ਇਹ ਬਚਨ ਕਬੀਰ ਸਾਹਿਬ ਜੀ ਦੇ ਨੇ। ਸੋ ਅਨਹਦ ਰਾਤੇ ਮਨ ਲਾਇਆ। ਅਸੀਂ ਲੋਕ ਅਨਹਦ ਤੋਂ ਬੜੇ ਕੰਨੀ ਕਤਰਾ ਰਹੇ ਹਾਂ, ਸਿੱਖ ਲੋਕ ਖਾਸ ਕਰਕੇ, ਕਿ ਇਹ ਤੇ ਸਾਰਾ ਜੀ ਉਹ ਜੋਗੀਆਂ ਦਾ ਸਿਲਸਿਲਾ, ਇਹਦੀ ਗੱਲ ਇੱਥੇ ਨਾ ਕਰੋ, ਗੁਰਦੁਆਰੇ 'ਚ ਕਮ ਸੇ ਕਮ ਨਾ ਕਰੋ। ਸੋ ਜੇ ਸਮਝੀਏ ਤੇ ਫਿਰ ਅਸੀਂ ਬਹੁਤ ਹੀ ਕੁਰਾਏ ਪੈ ਚੁੱਕੇ ਹਾਂ। ਅਨਹਦ ਵਿੱਚ ਮਨ ਜੋੜਨ ਤੋਂ ਬਿਨਾਂ ਨਾ ਅਸੀਂ ਗੁਰੂ ਦੇ ਘਰ ਜਨਮ ਲੈ ਸਕਦੇ ਹਾਂ, ਨਾ ਗੁਰੂ ਨਾਲ ਜੁੜ ਸਕਦੇ ਹਾਂ, ਨਾ ਰੱਬ ਨਾਲ ਜੁੜ ਸਕਦੇ ਹਾਂ, ਨਾ ਰੱਬ ਨੂੰ ਸਮਝ ਸਕਦੇ ਹਾਂ, ਕੁਛ ਵੀ ਨਹੀਂ ਹੋ ਸਕਦਾ, ਸਿਰਫ ਗੱਲਾਂ ਹੀ ਕਰ ਸਕਦੇ ਹਾਂ। ਅਨਹਦ ਸ਼ਬਦ ਵਿੱਚ ਜੁੜਨ ਤੋਂ ਬਿਨਾਂ ਕੇਵਲ ਗੱਲਾਂ ਹੀ ਕਰ ਸਕਦੇ ਹਾਂ, ਹੋਰ ਕੁਛ ਨਹੀਂ ਹੁੰਦਾ। ਸੋ ਇੱਥੇ ਦਾ ਮਤਲਬ ਸੀ ਬਾਰਸ ਬਾਰਹਿ ਉਗਵੈ ਸੂਰ। 12ਵੀਂ ਥਿੱਤ ਰਾਹੀਂ ਉਪਦੇਸ਼ ਕਰਦਿਆਂ ਕਬੀਰ ਸਾਹਿਬ ਆਖਦੇ ਨੇ ਕਿ ਜਦੋਂ ਕੋਈ ਬੰਦਾ ਅਨਹਦ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਨਾ, ਉਹਦੇ ਅੰਦਰ ਇੰਨਾ ਵੱਡਾ ਪ੍ਰਕਾਸ਼ ਹੁੰਦਾ ਹੈ ਕਿ ਜਿਵੇਂ 12 ਸੂਰਜ ਚੜ ਪਏ ਹੋਣ। ਸੋ ਇੱਥੇ 12 ਸੂਰਜ ਹੈ, ਕਿਤੇ ਕੋਟ ਸੂਰਜ ਹੈ, ਕਿਤੇ ਸਹਿਸ ਸੂਰਜ ਨੇ। ਸੋ ਇਹਦਾ ਮਤਲਬ ਹੈ ਕਿ ਬਹੁਤ ਵੱਡਾ ਪ੍ਰਕਾਸ਼, ਬਹੁਤ ਜ਼ਿਆਦਾ ਪ੍ਰਕਾਸ਼ ਉਸ ਬੰਦੇ ਦੇ ਅੰਦਰ ਹੁੰਦਾ ਹੈ। ਬਾਰਸ ਬਾਰਹਿ ਉਗਵੈ ਸੂਰ, ਐਹਨਿਸ ਬਾਜੇ ਅਨਹਦ ਤੂਰ। ਤੇ ਤੂਰ ਦਾ ਮਤਲਬ ਹੁੰਦਾ ਹੈ ਵਾਜਾ। ਇੱਥੇ ਤੂਰ ਬਹੁ ਵਚਨ ਹੈ, ਵਾਜੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਸੋ ਇੱਥੇ ਐਹਨਿਸ ਰਾਤ ਦਿਨ ਭਾਵ ਲਗਾਤਾਰ ਅਨਹਦ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਨੇ, ਜਿਨ੍ਹਾਂ ਦੀ ਹੱਦ ਨਹੀਂ ਹੁੰਦੀ, ਜਿਹੜੇ ਇੱਕ ਰਸ ਵੱਜ ਰਹੇ ਹੁੰਦੇ ਨੇ, ਜਿਹੜੇ ਬਿਨਾਂ ਵਜਾਇਆਂ ਵੱਜ ਰਹੇ ਹੁੰਦੇ ਨੇ, ਜਿਹੜੇ ਲਗਾਤਾਰ ਵੱਜ ਰਹੇ ਹੁੰਦੇ ਨੇ। ਸੋ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਆਖਦੇ ਨੇ ਮੈਂ ਆਪਣਾ ਮਨ ਲਾਇਆ ਹੈ। ਹੁਣ ਅਸੀਂ ਜਦੋਂ ਅਨਹਦ ਸ਼ਬਦ, ਤ੍ਰਿਕੁਟੀ ਸ਼ਬਦ, 10ਵਾਂ ਦੁਆਰ ਸ਼ਬਦ, ਤੇ ਇਹ ਸਾਡੇ ਜਿਹੜੇ ਆਗਿਆ ਚੱਕਰ ਇਤਿਆਦਿਕ ਜਿਹੜੀਆਂ ਚੀਜ਼ਾਂ ਨੇ ਸਾਡੇ ਸਰੀਰ ਵਿੱਚ ਪਰਮੇਸ਼ਰ ਨੇ ਰੱਖੀਆਂ ਨੇ, ਉਹਨਾਂ ਨੂੰ ਕੇਵਲ ਜੋਗੀਆਂ ਨਾਲ ਜੋੜ ਕੇ ਅੱਗੇ ਲੰਘਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਸਪਸ਼ਟ ਕਹਿ ਰਹੇ ਨੇ ਕਿ ਮੈਂ ਆਪਣਾ ਮਨ ਅਨਹਦ ਸ਼ਬਦ ਵਿੱਚ ਜੋੜਿਆ ਹੈ, ਤੇ ਉਸ ਅਨਹਦ ਸ਼ਬਦ ਵਿੱਚ ਜੋੜਿਆ ਹੈ ਜਿਹਦੇ ਵਿੱਚ ਜੁੜ ਕੇ ਰਾਤ ਦਿਨ ਲਗਾਤਾਰ ਇੱਕ ਰਸ ਆਨੰਦਮਈ ਵਾਜੇ ਵੱਜਦੇ ਰਹਿੰਦੇ ਨੇ। ਤੇ ਉਸ ਅਵਸਥਾ ਵਿੱਚ ਹੁੰਦਾ ਕੀ ਹੈ, ਕਬੀਰ ਸਾਹਿਬ ਆਖਦੇ ਨੇ ਦੇਖਿਆ ਤਿਹੂ ਲੋਕ ਕਾ ਪੀਓ। ਤਿੰਨਾਂ ਲੋਕਾਂ ਦਾ ਪਤੀ, ਤਿੰਨਾਂ ਲੋਕਾਂ ਦਾ ਮਾਲਕ ਉਸ ਅਵਸਥਾ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ। ਮੈਂ ਵੇਖਿਆ, ਕਬੀਰ ਸਾਹਿਬ ਆਖਦੇ ਨੇ ਦੇਖਿਆ ਤਿਹੂ ਲੋਕ ਕਾ ਪੀਓ, ਮੈਂ ਵੇਖ ਲਿਆ ਉਸ ਅਵਸਥਾ ਵਿੱਚ। ਹੁਣ ਕਹਿੰਦੇ ਨੇ ਅਚਰਜ ਭਇਆ ਜੀਵ ਤੇ ਸੀ ਉਹ, ਇੱਕ ਅਚਰਜ ਖੇਡ ਵਾਪਰ ਗਈ
ਕਿ ਇਹ ਬੰਦਾ ਜੀਵ ਤੋਂ ਰੱਬ ਬਣ ਗਿਆ ਹੈ ਨਾ। ਸੋ ਇਹ ਕਿੰਨੀ ਵੱਡੀ ਅਵਸਥਾ ਹੈ, ਕਿੰਨੀ ਡੂੰਘੀ ਅਵਸਥਾ ਹੈ, ਕਿੰਨੇ ਗਹਿਰਾਈ ਵਾਲੇ ਬਚਨ ਨੇ। ਆਪਾਂ ਇਹਨਾਂ ਦੀ ਪੂਰੀ ਗਹਿਰਾਈ ਵਿੱਚ ਨਹੀਂ ਜਾ ਪਾਵਾਂਗੇ ਕਿਉਂਕਿ ਆਪਾਂ ਅਨਹਦ ਦੇ ਮਾਰਗ ਤੇ ਅਜੇ ਨਹੀਂ ਚੱਲੇ। ਸੱਚਾਈ ਇਹੀ ਹੈ। ਸੋ ਗੁਰੂ ਨਾਨਕ ਸਾਹਿਬ ਆਖਦੇ ਨੇ, ਮੈਂ ਅਨਹਦ ਰਾਤੇ ਇਹ ਮਨ ਲਾਇਆ। ਐ ਸਿੱਧ ਜੋਗੀਓ, ਤੁਸੀਂ ਇੱਕ ਕਿੰਗਰੀ ਵਜਾਉਂਦੇ ਹੋ। ਜਦੋਂ ਤੁਸੀਂ ਆਪਣਾ ਮਨ ਜੋੜਦੇ ਹੋ ਨਾ, ਤੁਸੀਂ ਪਹਿਲਾਂ ਨਸ਼ਾ ਕਰਦੇ ਹੋ। ਸ਼ਰਾਬ ਆਦਿਕ ਜੋਗੀ ਸਾਰੇ ਪੀਂਦੇ ਸਨ, ਸਾਰੇ ਨਹੀਂ, ਚਲੋ ਬਹੁਤ ਸਾਰੇ ਪੀਂਦੇ ਸਨ ਨਸ਼ਾ। ਤੇ ਨਸ਼ਾ ਪੀ ਕੇ ਉਹ ਆਪਣੇ ਸਮਾਧੀ ਅਵਸਥਾ ਵਿੱਚ ਚੌਂਕੜੇ ਲਗਾ ਕੇ ਆਸਨਾਂ ਤੇ ਬੈਠਦੇ ਸਨ। ਤੇ ਫਿਰ ਇੱਕ ਜੋਗੀ ਉਹਨਾਂ ਦਾ, ਉਹ ਕਿੰਗਰੀ ਲੈ ਕੇ, ਉਹਨਾਂ ਦਾ ਇੱਕ ਬਰੀਕ ਲੰਬੀ ਆਵਾਜ਼ ਕੱਢਣ ਵਾਲਾ ਵਾਜਾ ਹੁੰਦਾ, ਉਸ ਨੂੰ ਕਿੰਗਰੀ ਆਖਦੇ ਨੇ। ਉਸ ਨੂੰ ਉਹ ਲੰਬੀ ਸੁਰ ਵਿੱਚ ਵਜਾਉਂਦਾ ਸੀ। ਉਸ ਆਵਾਜ਼ ਨੂੰ ਅਨਹਦ ਸ਼ਬਦ ਮੰਨਦੇ ਸਨ। ਜਦੋਂ ਉਹ ਕਿੰਗਰੀ ਵੱਜਦੀ ਤੇ ਉਹਦੀ ਲੰਬੀ ਤੇ ਬਰੀਕ ਆਵਾਜ਼ ਨਿਕਲਦੀ ਤੇ ਜੋਗੀ ਪੂਰਨ ਤੌਰ ਤੇ, ਜਿਵੇਂ ਅਸੀਂ ਕੀਰਤਨ ਵਿੱਚ ਮਨ ਜੋੜਦੇ ਹਾਂ ਨਾ, ਇਸ ਤਰ੍ਹਾਂ ਉਸ ਸਾਜ਼ ਵਿੱਚ, ਸਾਜ਼ ਦੀ ਆਵਾਜ਼ ਵਿੱਚ ਮਨ ਜੋੜਦੇ ਸਨ। ਤੇ ਜਦੋਂ ਲੰਬੀ ਆਵਾਜ਼ ਵਜਾਉਣ ਵਾਲਾ ਵਜਾ ਕੇ ਕਿੰਗਰੀ ਬੰਦ ਕਰ ਲੈਂਦਾ ਤੇ ਜੋਗੀ ਲੋਕ ਅੰਤਰ ਧਿਆਨ ਹੋਏ ਉਸੇ ਹੀ ਆਵਾਜ਼ ਨੂੰ ਸੁਣਦੇ ਰਹਿੰਦੇ, ਯਾਨੀ ਆਪਣਾ ਮਨ ਉਸ ਆਵਾਜ਼ ਨਾਲ ਹੀ ਜੋੜੀ ਰੱਖਦੇ। ਤੇ ਇਹ ਆਸਾਨੀ ਨਾਲ ਇਹ ਤੇ ਹੋ ਹੀ ਸਕਦਾ, ਇੰਨਾ ਕੁ ਤਜਰਬਾ ਤੇ ਆਪਣਾ ਇਕਾਗਰਤਾ ਵਾਸਤੇ ਉਸ ਲੰਬੀ ਆਵਾਜ਼ ਵਿੱਚ ਆਪਣੇ ਮਨ ਨੂੰ ਜੋੜੀ ਰੱਖਦੇ। ਤੇ ਉਹ ਸਮਝਦੇ ਕਿ ਇਹਦੇ ਵਿੱਚ ਮਨ ਲਾਉਣਾ ਹੀ ਰੱਬ ਨਾਲ ਮਨ ਲਾਉਣਾ ਹੈ, ਇਹੀ ਅਨਹਦ ਸ਼ਬਦ ਹੈ। ਪਰ ਗੁਰੂ ਨਾਨਕ ਸਾਹਿਬ ਨੇ ਇੱਥੇ ਬੜਾ ਕਲੀਅਰ ਕਰ ਦਿੱਤਾ ਕਿ ਇਹ ਜਿਹੜੀ ਕਿੰਗਰੀ ਤੁਸੀਂ ਵਜਾ ਕੇ ਅਨਹਦ ਸ਼ਬਦ ਦੇ ਵਿੱਚ ਆਪਣਾ ਮਨ ਜੋੜ ਕੇ ਸਮਝਦੇ ਹੋ ਕਿ ਰੱਬ ਨਾਲ ਜੁੜੇ ਆ, ਇਹ ਤੇ ਜਿਵੇਂ ਤੁਹਾਡਾ ਨਸ਼ਾ ਉਤਰਦਾ ਤੁਸੀਂ ਫਿਰ ਉਹੋ ਜਿਹੇ ਹੋ ਜਾਂਦੇ ਪਹਿਲਾਂ ਵਰਗੇ ਹੀ, ਹਨਾ। ਤੇ ਜਾਂ ਜਦੋਂ ਕਿੰਗਰੀ ਦੀ ਆਵਾਜ਼ ਹਟਦੀ ਹੈ ਫਿਰ ਆਵਾਜ਼ ਖਤਮ ਹੋ ਜਾਂਦੀ, ਤੁਸੀਂ ਫਿਰ ਉਹੋ ਜਿਹੇ ਹੋ ਜਾਂਦੇ ਹੋ ਜਿਹੋ ਜਿਹੇ ਪਹਿਲਾਂ ਸੀ। ਪਰ ਮੈਂ ਆਪਣੇ ਮਨ ਨੂੰ ਕਿਸੇ ਕਿੰਗਰੀ, ਕਿਸੇ ਸਾਜ਼ਾਂ ਦੀ ਆਵਾਜ਼ ਵਿੱਚ ਨਹੀਂ ਲਗਾਇਆ, ਮੈਂ ਉਸ ਆਵਾਜ਼ ਵਿੱਚ ਲਗਾਇਆ ਜਿਹੜੀ ਆਵਾਜ਼ ਬਿਨਾਂ ਕੁਛ ਵਜਾਇਆ ਵੱਜ ਰਹੀ ਹੈ। ਉਹਦੇ ਵਿੱਚ ਮਨ ਲਾਇਆ ਤੇ ਨਿਰੰਤਰ ਹੋ ਰਹੀ ਹੈ, ਉਹਦੇ ਵਿੱਚ ਮੈਂ ਆਪਣੇ ਮਨ ਨੂੰ ਰਾਤੇ ਮੈਨੇ ਰੰਗਿਆ ਹੈ। ਸੋ ਇਹ ਉਹਨਾਂ ਦਾ ਇਹ ਆਵਾਜ਼ ਨਿਜ ਘਰ ਦੇ ਵਿੱਚ ਹੁੰਦੀ ਹੈ, ਨਿਜ ਘਰ ਦੇ ਵਿੱਚ ਆਲਵੇਜ਼, ਇਟ ਇਜ਼ ਠੀਕ। ਆਲਵੇਜ਼। ਹਾਂਜੀ ਹਾਂਜੀ। ਸੋ ਇਹ ਆਵਾਜ਼ ਵਿੱਚ ਗੁਰੂ ਨਾਨਕ ਸਾਹਿਬ ਆਖਦੇ ਨੇ ਮੈਂ ਆਪਣਾ ਮਨ ਲਾਇਆ ਹੈ। ਹੁਣ ਅਗਲਾ ਉਹਨਾਂ ਦਾ ਸਵਾਲ ਸੀ, ਕਿਤ ਬੇਦਾਸਾ ਮਨਸਾ ਖਾਈ। ਤੇ ਗੁਰੂ ਸਾਹਿਬ ਆਖਦੇ ਨੇ, ਮਨਸਾ ਆਸਾ ਸ਼ਬਦ ਜਲਾਈ। ਗੁਰੂ ਦੇ ਸ਼ਬਦ ਦੁਆਰਾ ਅਸੀਂ ਇਹ ਵੀ ਗੱਲ ਸਮਝੀਏ ਪਹਿਲਾਂ ਬਹੁਤ ਵਾਰੀ ਕਿ ਗੁਰੂ ਨਾਨਕ ਸਾਹਿਬ ਆਪਣਾ ਸਤਿਗੁਰੂ ਜਾਂ ਗੁਰੂ ਪਰਮਾਤਮਾ ਨੂੰ ਹੀ ਆਖਦੇ ਨੇ, ਹੋਰ ਕਿਸੇ ਨੂੰ ਨਹੀਂ। ਸੋ ਉਸ ਤੋਂ ਅੱਗੇ ਅਸੀਂ ਮੰਨਦੇ ਹਾਂ ਕਿ ਸਾਡੇ 9 ਗੁਰੂ ਹੋਰ ਹੋਏ ਨੇ, ਪਰ ਅਸਲ ਵਿੱਚ ਉਹ 9 ਗੁਰੂ ਗੁਰੂ ਨਾਨਕ ਹੀ ਹੈ, ਦੂਜਾ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਜਿੱਦਣ ਭਾਈ ਲਹਿਣਾ ਵਿੱਚ ਆਪਣੀ ਜੋਤ ਰੱਖੀ ਉਦੋਂ ਉਹ ਗੁਰੂ ਹੋਏ, ਉਸ ਤੋਂ ਪਹਿਲਾਂ ਉਹ ਕੋਈ ਗੁਰੂ ਨਹੀਂ ਸੀ, ਉਹ ਲਹਿਣਾ ਹੀ ਸੀ। ਸੋ ਗੁਰੂ ਨਾਨਕ ਹੀ 10 ਜਾਮਿਆਂ ਵਿੱਚ ਵਿਚਰੇ ਤੇ ਫਿਰ ਉਹਨਾਂ ਨੇ ਆਪਣੀ ਜੋਤ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਿਆ। ਸੋ ਇਹ ਸਾਨੂੰ ਉਹਨਾਂ ਨੇ ਜਿਹਦੇ ਨਾਲ ਉਹ ਆਪ ਜੁੜੇ ਹੋਏ ਸਨ ਉਹਦੇ ਨਾਲ ਹੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਮੰਦਭਾਗੇ ਲੋਕ ਹਾਂ, ਫਿਰ ਵੀ ਸਰੀਰਾਂ ਨਾਲ ਹੀ ਜੁੜਨਾ ਜ਼ਿਆਦਾ ਪਸੰਦ ਕਰਦੇ ਹਾਂ। ਫੋਟੋਆਂ ਲਗਾ ਲਈਆਂ, ਉਹਨਾਂ ਫੋਟੋਆਂ ਨੂੰ ਧੂਫ ਬੱਤੀਆਂ ਕਰ ਲਈਆਂ, ਫਿਰ ਇਸ ਤਰ੍ਹਾਂ ਦੇ ਕਰਮ, ਉਹਨਾਂ ਅੱਗੇ ਖਲੋ ਕੇ ਅਰਦਾਸਾਂ ਕਰ ਲਈਆਂ। ਜਦੋਂ ਕਿ ਗੁਰੂ ਨਾਨਕ ਦਾ ਮੱਤ ਹੈ ਕਿ ਪਰਮੇਸ਼ਵਰ ਹਰ ਜਗ੍ਹਾ ਹਰ ਕਣ ਵਿੱਚ ਮੌਜੂਦ ਹੈ। ਤੁਹਾਨੂੰ ਇਸ ਤਰ੍ਹਾਂ ਦਾ ਉਚੇਚ ਕੁਛ ਨਹੀਂ ਕਰਨ ਦੀ ਲੋੜ, ਤੁਸੀਂ ਜਿੱਥੇ ਵੀ ਹੋ ਜਿਹੋ ਜਿਹੇ ਹੋ ਉਸ ਤਰ੍ਹਾਂ ਹੀ ਉਹਨੂੰ ਯਾਦ ਕਰੋ, ਉਸੇ ਹੀ ਹਾਲਤ ਵਿੱਚ ਉਹ ਤੁਹਾਡੇ ਨਾਲ ਹੀ ਹੈ, ਜਿਸ ਵੀ ਹਾਲਤ ਵਿੱਚ ਤੁਸੀਂ ਹੋ। ਸੋ ਉਸ ਦੇ ਸ਼ਬਦ ਵਿੱਚ ਜੁੜ ਕੇ ਮੈਂ ਇਸ ਮਨਸਾ ਤੇ ਆਸਾ ਨੂੰ ਸਾੜ ਦਿੱਤਾ ਹੈ। ਉਸ ਪਰਮਾਤਮਾ ਦੇ ਸ਼ਬਦ ਵਿੱਚ ਜੁੜ ਕੇ, ਉਹ ਸ਼ਬਦ ਕੀ ਹੈ? ਅਨਹਦ ਰਾਤੇ ਮਨ ਲਾਇਆ। ਅਨਹਦ ਸ਼ਬਦ ਹੀ ਰੱਬੀ ਸ਼ਬਦ ਹੈ। ਉਸ ਸ਼ਬਦ ਵਿੱਚ ਜਦੋਂ ਕੋਈ ਰੱਬ ਦਾ ਪਿਆਰਾ ਜੁੜਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੁੜੇ ਨੇ, ਫਿਰ ਉਹਨਾਂ ਨੇ ਜਿਹੜੇ ਬਚਨ ਸਾਡੇ ਨਾਲ ਸਾਂਝੇ ਕੀਤੇ ਨੇ, ਉਹ ਉਹਨਾਂ ਦੀ ਪਵਿੱਤਰ ਬਾਣੀ ਅਖਵਾਈ, ਉਸ ਨੂੰ ਅੱਜ ਅਸੀਂ ਸਤਿਕਾਰ ਨਾਲ ਗੁਰਬਾਣੀ ਆਖਦੇ ਹਾਂ। ਤੇ ਗੁਰੂ ਸਾਹਿਬਾਂ ਨੇ ਉਸੇ ਨੂੰ ਹੀ ਅਕਾਲੀ ਬਾਣੀ ਆਖਿਆ, ਉਸੇ ਨੂੰ ਹੀ ਧੁਰ ਕੀ ਬਾਣੀ ਆਖਿਆ। ਭਾਵ ਉਸ ਅਨਹਦ ਵਿੱਚ ਜੁੜਿਆਂ ਜਿਹੜੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਜੋ ਮਹਿਸੂਸ ਕੀਤਾ, ਉਹਨੂੰ ਕਲਮ ਦੁਆਰਾ ਲਿਖ ਕੇ ਸਾਡੇ ਤੱਕ ਪਹੁੰਚਾ ਦਿੱਤਾ।
ਉਹ ਵੀ ਹੁਣ ਸਾਡੇ ਲਈ ਸ਼ਬਦ ਹੈ। ਸੋ ਅਸੀਂ ਇਸ ਸ਼ਬਦ ਵਿੱਚ ਜੁੜ ਕੇ ਵੀ ਆਪਣੀ ਆਸਾ ਤੇ ਮਨਸਾ ਨੂੰ ਸਾੜ ਸਕਦੇ ਹਾਂ। ਸੋ ਅਸੀਂ ਸਮਝ ਲਿਆ ਆਸਾ ਜਿਹੜੀਆਂ ਨੇ ਥੋੜ੍ਹੀਆਂ ਉੱਚੇ ਲੈਵਲ ਦੀਆਂ, ਸੂਖਸ਼ਮ ਲੈਵਲ ਦੀਆਂ ਸਾਡੀਆਂ ਇੱਛਾਵਾਂ ਹੁੰਦੀਆਂ ਨੇ, ਤੇ ਮਨਸਾ ਹੁੰਦੀ ਜਿਹੜੀ ਮਨ ਦੀ ਗਹਿਰਾਈ ਚੋਂ, ਡੂੰਘਾਈ ਤੋਂ ਕੋਈ ਇੱਛਾ ਪ੍ਰਗਟ ਹੋਵੇ, ਉਸ ਨੂੰ ਮਨਸਾ ਆਖਦੇ ਨੇ। ਸੋ ਇਹ ਦੋਵੇਂ ਤਰ੍ਹਾਂ ਦੀਆਂ ਉਤਲੇ ਲੈਵਲ ਦੀਆਂ ਵੀ ਆਸ਼ਾਵਾਂ ਤੇ ਡੂੰਘੇ ਲੈਵਲ ਦੀਆਂ ਇੱਛਾਵਾਂ ਮੈਂ ਪਰਮੇਸ਼ਵਰ ਦੇ ਸ਼ਬਦ ਵਿੱਚ ਜੁੜ ਕੇ ਸਾੜ ਦਿੱਤੀਆਂ ਨੇ। ਗੁਰਮੁਖ ਜੋਤ ਨਿਰੰਤਰ ਪਾਈ। ਉਹਨਾਂ ਨੇ ਪੁੱਛਿਆ ਵੀ ਕਿਤ ਬਿਦ ਜੋਤ ਨਿਰੰਤਰ ਪਾਈ, ਵੀ ਅਸੀਂ ਤੇ ਅਜੇ ਪਾਈ ਨਹੀਂ, ਇੰਨੇ ਸਾਲ ਹੋ ਗਏ ਨੇ ਲੱਗਿਆਂ ਨੂੰ, ਵੀ ਗੁਰੂ ਨਾਨਕ ਤੁਸੀਂ ਕਿਵੇਂ ਪਾ ਲਈਏ? ਤੇ ਉਹ ਕਹਿੰਦੇ ਨੇ ਮੈਂ ਗੁਰੂ ਦੀ ਰਾਹੀਂ ਪਾਈ ਹੈ, ਗੁਰਮੁਖ, ਗੁਰੂ ਦੁਆਰਾ, ਤੇ ਗੁਰੂ ਹੈ ਉਹਨਾਂ ਦਾ ਪਰਮਾਤਮਾ। ਭਾਵ ਕਿ ਮੈਂ ਪਰਮਾਤਮਾ ਦੀ ਕਿਰਪਾ ਨਾਲ ਹੀ ਇਸ ਨਿਰੰਤਰ ਲਗਾਤਾਰ ਜਾਗ ਰਹੀ ਜੋਤ ਨੂੰ ਪ੍ਰਾਪਤ ਕੀਤਾ ਹੈ। ਭਾਵ ਜਿਹੜੀ ਜੋਤ, ਜਿਹੜੀ ਸੱਤਾ ਬ੍ਰਹਿਮੰਡਾਂ ਵਿੱਚ ਲੀਨ ਹੈ, ਤੁਹਾਡੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ, ਕਣ ਕਣ ਵਿੱਚ ਮੌਜੂਦ ਹੈ, ਉਸ ਦੀ ਕਿਰਪਾ ਨਾਲ ਹੀ ਮੈਂ ਉਸ ਨੂੰ ਪਾਇਆ ਹੈ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਯਤਨ ਕਰ ਰਹੇ ਹੋ ਕਿ ਅਸੀਂ ਪਾ ਲਈਏ ਕਿਸੇ ਢੰਗ ਨਾਲ, ਚਾਹੇ ਉਹ ਕਿੰਗਰੀ ਵਜਾਈਏ, ਚਾਹੇ ਉਹ ਨਸ਼ਾ ਕਰੀਏ, ਚਾਹੇ ਉਹ ਘਰ-ਬਾਰ ਛੱਡੀਏ, ਚਾਹੇ ਉਹ ਕੰਨਾਂ ਵਿੱਚ ਮੁੰਦਰਾਂ ਪਾਈਏ, ਚਾਹੇ ਸਰੀਰ ਉੱਤੇ ਵਿਭੂਤ ਮਲੀਏ, ਡੰਡਾ ਰੱਖੀਏ, ਝੋਲੀ ਰੱਖੀਏ, ਹਨਾ, ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਰਦੇ ਹੋ, ਤੁਸੀਂ ਯਤਨ ਕਰ ਰਹੇ ਹੋ ਕਿ ਅਸੀਂ ਉਸ ਨਿਰੰਤਰ ਲਗਾਤਾਰੀ ਜੋਤ ਨੂੰ ਪ੍ਰਾਪਤ ਕਰ ਲਈਏ ਇਹਨਾਂ ਸਾਧਨਾਂ ਦੇ ਰਾਹੀਂ। ਪਰ ਉਹ ਆਖਦੇ ਨੇ ਇਹਨਾਂ ਸਾਧਨਾਂ ਦੇ ਰਾਹੀਂ ਉਸ ਨਿਰੰਤਰ ਜੋਤ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਸ ਨਿਰੰਤਰ ਲਗਾਤਾਰੀ ਰੱਬੀ ਸੱਤਾ ਨੂੰ ਪ੍ਰਾਪਤ ਕਰਨ ਲਈ ਉਹਦੀ ਕਿਰਪਾ ਦੀ ਹੀ ਲੋੜ ਹੈ। ਜਿਸ ਦੇ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ, ਉਹ ਉਸ ਨਿਰੰਤਰ ਜੋਤ ਨੂੰ ਪ੍ਰਾਪਤ ਕਰ ਲੈਂਦਾ ਹੈ। ਤੇ ਮੈਂ ਵੀ ਗੁਰਮੁਖ, ਗੁਰੂ ਦੀ ਰਾਹੀਂ, ਭਾਵ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਹੀ ਉਸ ਨਿਰੰਤਰ ਜੋਤ ਨੂੰ ਪ੍ਰਾਪਤ ਕੀਤਾ ਹੈ। ਫਿਰ ਉਹਨਾਂ ਦਾ ਅਗਲਾ ਸਵਾਲ ਹੈ, ਬਿਨ ਦੰਤਾਂ ਕਿਉਂ ਖਾਈਐ ਸਾਰ? ਤੇ ਜਵਾਬ ਦਿੰਦੇ ਨੇ ਸਤਿਗੁਰੂ, ਤ੍ਰੈ ਗੁਣ ਮੇਟੇ ਖਾਈਐ ਸਾਰ। ਤਿੰਨਾਂ ਗੁਣਾਂ ਨੂੰ ਮਿਟਾ ਲੈਣ ਦੇ ਨਾਲ, ਖਤਮ ਕਰ ਲੈਣ ਦੇ ਨਾਲ ਸੰਸਾਰ ਨੂੰ ਜਿੱਤ ਲਈਦਾ ਹੈ, ਸੰਸਾਰ ਸਾਗਰ ਤੋਂ ਪਾਰ ਲੰਘ ਜਾਈਦਾ ਹੈ। ਤੇ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਸਮਝਾਇਆ ਸੀ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤ ਲੈਣਾ, ਤਿੰਨਾਂ ਗੁਣਾਂ ਤੋਂ ਉੱਚਿਆਂ ਉਠਾਉਣਾ ਹੀ ਮਨ ਨੂੰ ਜਿੱਤਣਾ ਹੈ। ਜਿੰਨਾ ਚਿਰ ਮਨ ਸਾਡਾ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਭਟਕਦਾ ਫਿਰਦਾ ਹੈ, ਉਨਾ ਚਿਰ ਚਾਹੇ ਅਸੀਂ 10 ਮਿੰਟ ਅੰਦਰ ਬਹਿ ਵੀ ਜਾਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਤੇ ਉੱਥੇ ਬਹਿ ਕੇ ਸਾਡਾ ਮਨ ਲੱਗ ਵੀ ਜਾਵੇ ਕਿਤੇ ਖੁਦਾ ਨਖਾਸਤਾ 2-4 ਮਿੰਟ, ਤੇ ਸਾਨੂੰ ਇੱਕ ਭੁਲੇਖਾ ਪੈ ਜਾਂਦਾ ਹੈ ਕਿ ਅਸੀਂ ਸ਼ਾਇਦ ਮਨ ਨੂੰ ਜਿੱਤ ਲਿਆ, ਮਨ ਕਾਬੂ 'ਚ ਆ ਗਿਆ। ਬਿਲਕੁਲ ਨਹੀਂ ਆਇਆ, ਬਿਲਕੁਲ ਨਹੀਂ ਆਇਆ। ਇਹ ਸਾਨੂੰ ਮਨ ਨੇ ਭਰਮ ਭੁਲੇਖੇ 'ਚ ਹੀ ਪਾ ਦਿੱਤਾ ਹੈ। ਜਿੰਨਾ ਚਿਰ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਵਿਚਰਦੇ ਹਾਂ, ਸਾਡੀ ਸੁਰਤ ਕਿਸੇ ਨਾ ਕਿਸੇ ਰੂਪ ਵਿੱਚ ਮਾਇਆ ਨਾਲ ਜੁੜੀ ਹੋਈ ਹੈ, ਉਨਾ ਚਿਰ ਕੋਈ ਮਨ ਨਹੀਂ ਜਿੱਤਿਆ ਗਿਆ। ਸੋ ਕੋਈ ਅਸੀਂ ਸੰਸਾਰ ਸਾਗਰ ਨਹੀਂ ਪਾਰ ਕਰ ਸਕਾਂਗੇ। ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਚੰਗੇ ਪਾਸੇ ਨੂੰ ਤੁਰੇ ਨਹੀਂ ਹਾਂ, ਤੁਰੇ ਹੋਏ ਹਾਂ, ਸਾਨੂੰ ਤੁਰਦੇ ਰਹਿਣਾ ਚਾਹੀਦਾ ਹੈ। ਜੋ ਆਪਾਂ ਕਰ ਰਹੇ ਹਾਂ ਸਾਰੇ ਭਲੇ ਕਰਮ ਨੇ, ਸਾਨੂੰ ਕਰਨੇ ਚਾਹੀਦੇ ਨੇ, ਪਰ ਮਨ ਦੇ ਭੁਲੇਖਿਆਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਮਨ ਮਾਇਆ ਦਾ ਪੁਤਲਾ ਹੈ, ਮਾਇਆ ਸਾਨੂੰ ਹੱਥਾਂ ਦੀਆਂ ਉਂਗਲਾਂ ਤੇ ਨਚਾਉਂਦੀ ਏ, ਤੇ ਸਾਨੂੰ ਕੋਈ ਨਾ ਕੋਈ ਭਰਮ ਭੁਲੇਖੇ ਸਾਡੇ ਸਾਹਮਣੇ ਖੜੇ ਕਰ ਦਿੰਦੀ ਏ। ਰਾਤੀ ਮੈਨੂੰ ਸੁਪਨਾ ਆਇਆ ਮੈਨੂੰ ਗੁਰੂ ਨਾਨਕ ਮਿਲੇ, ਇਹ ਇੱਕ ਭੁਲੇਖਾ ਏ। ਰਾਤੀ ਮੈਨੂੰ ਸੁਪਨਾ ਆਇਆ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਿਲੇ, ਤੇ ਉਹਨਾਂ ਆਖਿਆ ਤੂੰ ਤੇ ਪਾਰ ਲੰਘ ਗਿਆ। ਬਸ ਇਹ ਸਾਰੇ ਭਰਮ ਭੁਲੇਖੇ ਮਾਇਆ ਖੜੇ ਕਰਦੀ ਹੈ ਸਾਡੇ ਸਾਹਮਣੇ ਕਿ ਇਹ ਬੰਦਾ ਅੱਗੇ ਨਾ ਵੱਧ ਪਾਏ, ਇਹਨੂੰ ਭੁਲੇਖਾ ਪਾ ਦਿਓ ਮੈਂ ਤੇ ਲੰਘ ਗਿਆ, ਤੇ ਚੱਲੇ ਜਿੱਥੇ ਲੱਗਾ ਲੱਗਾ ਰਵੇ। ਸੋ ਇਹ 3 ਗੁਣ ਵੀਰ ਜੀ ਇੱਕ ਵਾਰੀ ਕਹਿ ਰਹੇ ਸਨ, ਪਰਮਪਾਲ ਵੀਰ ਜੀ, ਕਿ ਮੈਨੂੰ ਉਹ ਗੁਣਾਂ ਦੀ ਅਜੇ ਸਮਝ ਨਹੀਂ ਆ ਰਹੀ। ਇੱਥੇ ਆਪਾਂ ਇੱਕ ਵਾਰੀ ਫਿਰ ਥੋੜਾ ਜਿਹਾ ਸਮਝ ਲੈਂਦੇ ਹਾਂ ਕਿ ਪਰਮਾਤਮਾ ਨੂੰ ਅਸੀਂ ਕਈ ਵਾਰੀ ਆਖਦੇ ਹਾਂ ਨਿਰਗੁਣ ਹੈ, ਤੇ ਅਸੀਂ ਵੀ ਆਖਦੇ ਹਾਂ ਸਾਡੇ ਵਿੱਚ ਵੀ ਕੋਈ ਗੁਣ ਨਹੀਂ, ਅਸੀਂ ਵੀ ਨਿਰਗੁਣ ਹਾਂ। ਫਿਰ ਪਰਮਾਤਮਾ ਤੇ ਅਸੀਂ ਨਿਰਗੁਣ ਹੀ ਹੋਏ ਸਾਰੇ, ਹਨਾ। ਇਹਦਾ ਮਤਲਬ ਇਸ ਤਰ੍ਹਾਂ ਦਾ ਨਹੀਂ
ਜਦੋਂ ਗੁਰੂ ਨਾਨਕ ਸਾਹਿਬ ਜਾਂ ਗੁਰਬਾਣੀ ਵਿੱਚ ਕੋਈ ਮਹਾਂਪੁਰਸ਼ ਨਿਰਗੁਣ ਆਪਣੇ ਆਪ ਨੂੰ ਆਖਦਾ ਹੈ ਤੇ ਉਹਦਾ ਮਤਲਬ ਹੁੰਦਾ ਹੈ ਕਿ ਅਸੀਂ ਗੁਣਹੀਨ ਹਾਂ, ਸਾਡੇ ਵਿੱਚ ਰੱਬੀ ਗੁਣ ਅਜੇ ਨਹੀਂ ਆਏ। ਜਦੋਂ ਇਹ ਪਰਮਾਤਮਾ ਲਈ ਵਰਤਿਆ ਜਾਂਦਾ ਹੈ ਵੀ ਉਹ ਨਿਰਗੁਣ ਹੈ ਪਰਮਾਤਮਾ, ਇਹਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੁੰਦਾ ਹੋਇਆ ਇਸ ਤੋਂ ਵੱਖਰਾ ਹੈ। ਉਹਦਾ ਮਤਲਬ ਇਹ ਹੁੰਦਾ ਹੈ। ਸੋ ਪਰਮਾਤਮਾ ਵਿੱਚ ਸਾਰੇ ਗੁਣ ਹੁੰਦੇ ਨੇ, ਪਰ ਉਹ ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੁੰਦਾ ਹੋਇਆ ਇਹਨਾਂ ਤੋਂ ਵੱਖਰਾ ਹੁੰਦਾ ਹੈ। ਸੋ ਗੁਰੂ ਸਾਹਿਬ ਆਖਦੇ ਨੇ, ਉਹਨਾਂ ਦਾ ਸਵਾਲ ਸੀ ਕਿ ਦੰਦਾਂ ਤੋਂ ਬਿਨਾ ਇਸ ਲੋਹੇ ਨੂੰ ਕਿਵੇਂ ਖਾਧਾ ਜਾ ਸਕਦਾ ਹੈ, ਭਾਵ ਕਿਹੜਾ ਇਹੋ ਜਿਹਾ ਸਾਧਨ ਹੈ ਜਿਸ ਸਾਧਨ ਦੇ ਨਾਲ ਅਸੀਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ ਸਾਗਰ ਤਰ ਸਕੀਏ। ਸੋ ਗੁਰੂ ਸਾਹਿਬ ਆਖਦੇ ਨੇ, ਇਸ ਲੋਹੇ ਵਰਗੇ ਕਰੜੇ ਸਾਰ ਨੂੰ ਖਾਣਾ ਤ੍ਰੈ ਗੁਣਾਂ ਦਾ ਮੇਟਣਾ ਹੈ। ਮਾਇਆ ਦੇ ਜਿਹੜੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਤੋਂ ਉੱਚਾ ਉੱਠਣਾ। ਇਹਨਾਂ ਗੁਣਾਂ ਦਾ ਸਾਡੇ ਮਨ, ਸਰੀਰ, ਸਾਡੇ ਗਿਆਨ ਇੰਦਰੇ, ਸਾਡੇ ਕਰਮ ਇੰਦਰੇ, ਇਹਨਾਂ ਉੱਤੇ ਪ੍ਰਭਾਵ ਨਾ ਪਵੇ, ਉਦੋਂ ਸਮਝ ਲੈਣਾ ਅਸੀਂ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਗਏ ਹਾਂ। ਜਿੰਨਾ ਚਿਰ ਇਹ ਪ੍ਰਭਾਵ ਸਾਡੇ ਉੱਤੇ ਪੈ ਰਿਹਾ ਹੈ, ਉਹਨਾਂ ਚਿਰ ਅਸੀਂ ਅਜੇ ਤਿੰਨਾਂ ਗੁਣਾਂ ਦੇ ਵਿੱਚ ਹੀ ਹਾਂ। ਸੋ ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਕੇ ਹੀ ਇਸ ਸੰਸਾਰ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ, ਭਾਵ ਇਸ ਲੋਹਾ ਖਾਣ ਵਰਗੇ ਕਰੜੇ ਕੰਮ ਨੂੰ, ਔਖੇ ਕੰਮ ਨੂੰ ਕੀਤਾ ਜਾ ਸਕਦਾ ਹੈ। ਨਾਨਕ ਸਾਚਾ ਕਰੋ ਵਿਚਾਰ, ਉਹਨਾਂ ਨੇ ਇਹ ਕੁਐਸਚਨ ਨਹੀਂ ਹੈ, ਪਰ ਗੁਰੂ ਜੀ ਨੂੰ ਜਿਵੇਂ ਇੱਕ ਬੇਨਤੀ ਕੀਤੀ ਹੈ ਕਿ ਹੇ ਨਾਨਕ, ਤੁਸੀਂ ਇਹ ਸੱਚ ਦੀ ਵਿਚਾਰ ਸਾਡੇ ਨਾਲ ਸਾਂਝੀ ਕਰੋ, ਇਹ ਸੱਚੀ ਵਿਚਾਰ ਸਾਡੇ ਨਾਲ ਸਾਂਝੀ ਕਰੋ। ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਤੇ ਜਿਹੜੀ ਸੱਚੀ ਵਿਚਾਰ ਉਹਨਾਂ ਕਰਨ ਲਈ ਆਖਿਆ, ਗੁਰੂ ਨਾਨਕ ਸਾਹਿਬ ਨੇ ਆਖਿਆ, ਨਾਨਕ ਤਾਰੇ ਤਾਰਨ ਹਾਰ ਪਈ। ਇਹ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਕਿ ਉਹ ਇਸ ਸਾਰ ਨੂੰ ਖਾ ਸਕੇ, ਇਸ ਲੋਹੇ ਨੂੰ ਚਬਾ ਸਕੇ ਮੋਮ ਦਿਆਂ ਦੰਦਾਂ ਨਾਲ, ਪਰ ਤਾਰਨਹਾਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਜਿਹੜੇ ਲੋਕ ਉਹਦੇ ਵੱਲ ਲੱਗੇ ਹੁੰਦੇ ਨੇ ਉਹਨਾਂ ਨੂੰ ਤਾਰ ਲੈਂਦਾ ਹੈ। ਇਹ ਉਹਦੀ ਕਿਰਪਾ ਹੈ, ਉਹਦੀ ਰਹਿਮਤ ਹੈ, ਉਹਦੀ ਨਦਰੇ ਅਨਾਇਤ ਹੈ। ਸੋ ਇਹ ਉਹ ਮਾਲਕ ਆਪ ਕਰਦਾ ਹੈ, ਸਾਡੇ ਕਿਸੇ ਦੇ ਵੱਸ ਦੀ ਗੱਲ ਨਹੀਂ। ਔਰ ਸਾਨੂੰ ਤੇ ਨਿਮਾਣੇ ਹੋ ਜਾਣਾ ਚਾਹੀਦਾ ਹੈ, ਸਾਨੂੰ ਤੇ ਆਪਣਾ ਆਪਾ ਤਿਆਗ ਦੇਣਾ ਚਾਹੀਦਾ ਹੈ ਕਿ ਮੈਂ ਕਿਛ ਨਹੀਂ। ਬਸ ਜਦੋਂ ਇੱਥੇ ਗੱਲ ਆਏਗੀ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤੋਂ ਅੱਗੇ ਪੌੜੀ ਨੰਬਰ 21 ਹੈ ਤੇ ਉਸ ਦੇ ਵਿੱਚ ਵੀ ਕਾਫੀ ਸਵਾਲ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਅੱਗੇ ਪੌੜੀ ਨੰਬਰ 22 ਤੇ ਪੌੜੀ ਨੰਬਰ 23 ਵਿੱਚ ਹੱਲ ਕੀਤਾ ਹੋਇਆ ਹੈ। ਸੋ ਅਸੀਂ ਥੋੜਾ ਜਿਹਾ ਹੋਰ ਕਰਦੇ ਹਾਂ 5-7 ਮਿੰਟ। ਤੇ ਪੌੜੀ ਨੰਬਰ 21 ਵਿੱਚ ਉਹਨਾਂ ਦਾ ਪਹਿਲਾ ਸਵਾਲ ਹੈ, ਆਦਿ ਕਉ ਕਵਨ ਵਿਚਾਰ ਕਥੀ ਅਲੇ, ਸੁਨ ਕਹਾਂ ਘਰ ਵਾਸੋ। ਆਦ ਮੈਨੇ ਮੁੱਢ, ਕਉ ਦਾ, ਕਵਨ ਵਿਚਾਰ ਕਥੀ ਅਲੇ, ਤੁਸੀਂ ਕੀ ਵਿਚਾਰ ਕਥਨ ਕਰਦੇ ਹੋ? ਵੀ ਆਦ ਦੇ ਬਾਰੇ ਤੁਸੀਂ ਕੀ ਦੱਸਦੇ ਹੋ, ਮੁੱਢ ਦੇ ਬਾਰੇ ਕੀ ਦੱਸਦੇ ਹੋ? ਵੀ ਇਸ ਸ੍ਰਿਸ਼ਟੀ ਦਾ ਮੁੱਢ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਜੋ ਸਦੀਵੀ ਤੁਸੀਂ ਕਹਿ ਰਹੇ ਹੋ ਤੇ ਸਾਰੇ ਪਰਮਾਰਥ ਦੇ ਪਾਂਦੀ ਉਸ ਨੂੰ ਸਦਾ ਹੋਂਦ ਵਾਲਾ ਮੰਨਦੇ ਨੇ, ਉਸ ਦੇ ਬਾਰੇ ਤੁਸੀਂ ਕੀ ਵਿਚਾਰ ਕਥਨ ਕਰਦੇ ਹੋ? ਕਥੀ ਵਾਲੇ ਤੋਂ ਮਤਲਬ ਕਥਨ ਕਰਦੇ ਹੋ। ਆਦ ਕੋ, ਉਸ ਪਰਮੇਸ਼ਵਰ ਦੇ ਆਦ ਦਾ ਕਵਨ ਵਿਚਾਰ ਕਥੀ ਵਾਲੇ, ਤੁਸੀਂ ਕੀ ਵਿਚਾਰ ਕਰਦੇ ਹੋ? ਸੁਨ ਕਹਾਂ ਘਰ ਵਾਸੋ, ਜਦੋਂ ਇਹ ਸਾਰੀ ਸ੍ਰਿਸ਼ਟੀ ਨਹੀਂ ਸੀ ਬਣੀ, ਤੇ ਸੁਨ ਦਾ ਅਰਥ ਆਪਾਂ ਪਿਛਲੀ ਵਾਰੀ ਕੀਤਾ ਹੈ ਵੀ ਸ਼ੂਨਿਆ ਨਹੀਂ, ਸੁਨ ਦਾ ਅਰਥ ਹੈ ਅਫੁਰ ਅਵਸਥਾ। ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਰਚੀ, ਉਦੋਂ ਉਹਦਾ ਕਿਸ ਘਰ ਵਿੱਚ ਨਿਵਾਸ ਸੀ? ਕਹਾਂ ਘਰ ਵਾਸੋ, ਸੁਨ ਮੈਨੇ ਅਫੁਰ ਅਵਸਥਾ ਵਾਲਾ ਪਰਮਾਤਮਾ, ਉਦੋਂ ਕਿਹੜੇ ਘਰ ਵਿੱਚ ਵਸਿਆ ਹੋਇਆ ਸੀ, ਕਿੱਥੇ ਰਹਿੰਦਾ ਸੀ, ਕਿੱਥੇ ਬੈਠਾ ਹੋਇਆ ਸੀ? ਤੁਸੀਂ ਇਹਦੇ ਬਾਰੇ ਸਾਨੂੰ ਦੱਸੋ। ਸੋ ਅਗਲੀ ਗੱਲ ਉਹਨਾਂ ਨੇ ਸਵਾਲ ਕੀਤਾ, ਗਿਆਨ ਕੀ ਮੁਦਰਾ ਕਵਨ ਕਥੀ ਅਲੇ, ਗਿਆਨ ਦੀ ਕੀ ਨਿਸ਼ਾਨੀ ਹੈ? ਮੁਦਰਾ ਮੈਨੇ ਨਿਸ਼ਾਨੀ। ਗਿਆਨ ਕੀ ਮੁਦਰਾ ਕਵਨ ਕਥੀ ਅਲੇ,
ਹੁਣ ਤੁਸੀਂ ਗਿਆਨ ਦੀ ਕੀ ਨਿਸ਼ਾਨੀ ਦੱਸ ਦਿਓ। ਅਸੀਂ ਤੇ ਸਾਰੇ ਜਿੰਨੇ ਵੀ ਤੁਹਾਡੇ ਸਾਹਮਣੇ ਬੈਠੇ ਆ ਆਪਣੇ ਆਪ ਨੂੰ ਗਿਆਨਵਾਨ ਹੀ ਸਮਝਦੇ ਆ, ਤੇ ਤੁਹਾਡੇ ਨਾਲ ਅਸੀਂ ਪਰਮਾਰਥ ਦੇ ਬਚਨ ਸਾਂਝੇ ਕਰ ਰਹੇ ਆ, ਤੁਹਾਨੂੰ ਪੁੱਛ ਰਹੇ ਆ, ਦੱਸ ਰਹੇ ਆ। ਸਮਝਣ ਸਮਝਾਉਣ ਦਾ ਜੋ ਸਾਡਾ ਇਹ ਵਸੀਲਾ ਹੈ ਉਹ ਅਸੀਂ ਇਹਦੇ ਤੇ ਚੱਲਦੇ ਆ ਪਏ। ਪਰ ਤੁਸੀਂ ਗਿਆਨ ਦੀ ਨਿਸ਼ਾਨੀ ਕੀ ਆਖਦੇ ਹੋ? ਘਟ ਘਟ ਕਵਨ ਨਿਵਾਸੋ, ਤੇ ਹਰ ਸਰੀਰ ਵਿੱਚ ਕੌਣ ਵਸਿਆ ਹੋਇਆ? ਕਿਸ ਦਾ ਨਿਵਾਸ ਹੈ ਇਸ ਹਰ ਸਰੀਰ ਵਿੱਚ, ਹਰ ਹਿਰਦੇ ਵਿੱਚ, ਹਰ ਜਰਰੇ ਜਰਰੇ ਵਿੱਚ? ਅਗਲਾ ਉਹਨਾਂ ਦਾ ਸਵਾਲ ਹੈ, ਕਾਲ ਕਾ ਠੀਗਾ, ਠੀਗਾ ਮੈਨੇ ਡੰਡਾ, ਕਾਲ ਦਾ ਡੰਡਾ ਕਿਉਂ ਜਲਾਈ ਅਲੇ? ਕਿਵੇਂ ਸਾੜ ਸਕੀਦਾ? ਭਾਵ ਉਸ ਕਾਲ ਦੇ ਡੰਡੇ ਤੋਂ ਕਿਵੇਂ ਬਚ ਸਕੀਦਾ? ਭਾਵ ਸਿੱਧਾ ਜਿਹਾ ਕਿ ਮੌਤ ਤੋਂ ਕਿਵੇਂ ਬਚ ਸਕੀਦਾ ਹੈ? ਕਿਉਂ ਨਿਰਭਉ ਕਰ ਜਾਈਏ? ਤੇ ਨਿਰਭਉ ਦੇ ਘਰ ਵਿੱਚ ਕਿਵੇਂ ਜਾ ਸਕੀਦਾ ਹੈ? ਨਿਰਭਉ ਦਾ ਅਰਥ ਵੀ ਇੱਥੇ ਪਰਮਾਤਮਾ ਹੀ ਹੈ, ਵੀ ਜਿੱਥੇ ਮਨੁੱਖ ਭੈ ਰਹਿਤ ਹੋ ਜਾਂਦਾ ਉਸ ਅਵਸਥਾ ਵਿੱਚ ਕਿਵੇਂ ਜਾ ਸਕੀਦਾ ਹੈ? ਸਹਿਜ ਸੰਤੋਖ ਕਾ ਆਸਣ ਜਾਣੇ, ਸਹਿਜ ਸੰਤੋਖ ਕਾ ਆਸਣ ਜਾਣੇ। ਇਹ ਬੰਦਾ ਕਿਸ ਤਰ੍ਹਾਂ ਸਹਿਜ ਅਵਸਥਾ ਅਤੇ ਸੰਤੋਖ ਦੀ ਅਵਸਥਾ ਨੂੰ ਜਾਣ ਸਕਦਾ ਹੈ? ਆਸਣ ਜਿਹੜਾ ਹੈ ਇਹ ਅਵਸਥਾ ਇੱਥੇ ਸਹਿਜ ਤੇ ਸੰਤੋਖ ਦਾ ਆਸਣ। ਉਂਝ ਵੇਖੋ ਨਾ, ਹੁਣ ਸਹਿਜ ਦਾ ਤੇ ਸੰਤੋਖ ਦਾ ਕੋਈ ਬਹਿਣ ਵਾਲਾ ਆਸਣ ਤੇ ਨਹੀਂ ਨਾ ਹੁੰਦਾ, ਕਿਉਂਕਿ ਸਹਿਜ ਸੰਤੋਖ ਕੋਈ ਆਕਾਰ ਨਹੀਂ ਹੈ, ਇਹ ਸਾਡੀ ਮਨੋ ਦਸ਼ਾ ਹੈ, ਭਾਵਨਾ ਹੈ, ਔਰ ਸਾਡੇ ਮਨ ਦੀ ਅਵਸਥਾ ਦਾ ਨਾਂ ਹੈ। ਕਿ ਸਹਿਜ ਦੇ ਉਲਟ ਹੁੰਦਾ ਹੈ ਡਗਮਗਾਉਣਾ, ਤੇ ਸੰਤੋਖ ਦੇ ਉਲਟ ਹੁੰਦਾ ਹੈ ਲੋਭ। ਸੋ ਉਹਦੇ ਜਿਹੜੀ ਸਾਡੀ ਡਗਮਗ ਵਾਲੀ ਅਵਸਥਾ ਹੈ, ਡੱਕੋ ਡੋਲੇ ਖਾਣ ਵਾਲੀ, ਡੋਲਣ ਵਾਲੀ ਅਵਸਥਾ ਹੈ ਜਿਹੜੀ, ਉਹਦੇ ਤੋਂ ਉਲਟ ਹੈ ਸਹਿਜ ਅਵਸਥਾ, ਤੇ ਲੋਭ ਵਾਲੀ ਅਵਸਥਾ ਤੋਂ ਉਲਟ ਹੈ ਸੰਤੋਖ ਵਾਲੀ ਅਵਸਥਾ। ਸੋ ਇਹਨਾਂ ਦਾ ਦੋਵਾਂ ਦਾ ਆਸਣ, ਭਾਵ ਇਸ ਅਵਸਥਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਵੇਂ ਜਾਣਿਆ ਜਾ ਸਕਦਾ ਹੈ? ਸਹਿਜ ਸੰਤੋਖ ਕਾ ਆਸਣ ਜਾਣੇ, ਕਿਵੇਂ ਇਹ ਮਨੁੱਖ ਸਹਿਜ ਅਵਸਥਾ ਤੇ ਸੰਤੋਖ ਵਾਲੀ ਅਵਸਥਾ ਦਾ ਨੂੰ ਸਮਝ ਸਕਦਾ ਹੈ, ਜਾਣ ਸਕਦਾ ਹੈ? ਕਿਉਂ ਛੇਦੇ ਬਹਿਰਾਈਐ, ਬਹਿਰਾਈਐ ਦਾ ਮਤਲਬ ਹੈ ਵੈਰੀ, ਬਹੁਤੇ ਵੈਰੀ। ਇਸ ਨੂੰ ਪੰਜਾਬ ਦੇ ਵਿੱਚ ਕਈ ਥਾਈਂ ਵ ਨੂੰ ਬਾ ਕਰਕੇ ਵੀ ਬੋਲਿਆ ਜਾਂਦਾ ਹੈ। ਸੋ ਇਹਨੂੰ ਵੈਰੀ ਵੀ ਆਖਦੇ ਆ ਤੇ ਇਸ ਨੂੰ ਬੈਰੀ ਵੀ ਆਖਦੇ ਆ। ਸੋ ਕਿਉਂ ਛੇਦੇ ਬਹਿਰਾਈ ਹੈ, ਇਹਨਾਂ ਵੈਰੀਆਂ ਨੂੰ ਕਿਵੇਂ ਵਿੰਨਿਆ ਜਾ ਸਕਦਾ ਹੈ, ਕਿਵੇਂ ਛੇਦਿਆ ਜਾ ਸਕਦਾ ਹੈ, ਭਾਵ ਇਹਨਾਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ? ਸੋ ਇਹ ਵੀ ਉਹਨਾਂ ਦਾ ਸਵਾਲ ਹੈ। ਫਿਰ ਅੱਗੇ ਅਗਲਾ ਉਹਨਾਂ ਦਾ ਸਵਾਲ ਹੈ, ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ। ਇਹ ਜਵਾਬ ਹੈ। ਅਸਲ 'ਚ ਹੁਣ ਜਿਹੜੇ ਆ ਪਿੱਛੇ ਸਵਾਲ ਹੋਏ ਨੇ, ਆਦਿ ਕੋ ਕਵਨ ਵਿਚਾਰ ਕਥੀ ਵਾਲੇ ਤੋਂ ਲੈ ਕੇ ਕਾਲ ਕਾ ਠੀਗਾ ਕਿਉਂ ਜਲਾਈ ਅਲੇ, ਇੱਥੋਂ ਤੱਕ ਇਹਨਾਂ ਸਵਾਲਾਂ ਦੇ ਜਵਾਬ ਗੁਰੂ ਜੀ ਨੇ ਪੌੜੀ ਨੰਬਰ 23 ਵਿੱਚ ਦਿੱਤੇ ਹੋਏ ਨੇ। ਸੋ 22 ਵਿੱਚ ਨਹੀਂ ਦਿੱਤੇ। ਸੋ ਇੱਥੇ ਜਿਹੜਾ ਜਵਾਬ ਦਿੰਦੇ ਨੇ ਇਹ ਕੁਐਸਚਨ ਨੰਬਰ 37 ਹੈ, ਕਿਉਂ ਨਿਰਭਉ ਘਰ ਜਾਈਏ? ਨਿਰਭਉ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਵਿੱਚ, ਭਾਵ ਉਸ ਉੱਚੀ ਆਤਮਿਕ ਅਵਸਥਾ ਵਿੱਚ ਕਿਵੇਂ ਜਾਇਆ ਜਾ ਸਕਦਾ ਹੈ? ਸੋ ਇਸ ਦਾ ਜਵਾਬ ਗੁਰੂ ਜੀ ਇੱਥੇ ਦਿੰਦੇ ਨੇ, ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ। ਗੁਰੂ ਦੇ ਸ਼ਬਦ ਦੁਆਰਾ ਹਉਮੈ ਰੂਪੀ ਜ਼ਹਿਰ ਨੂੰ ਜੇ ਕੋਈ ਮਾਰ ਲਵੇ ਤਾਂ ਉਸ ਦਾ ਨਿਜ ਘਰ ਵਿੱਚ ਨਿਵਾਸ ਹੋ ਜਾਂਦਾ ਹੈ। ਸੋ ਮੈਂ ਗਿਆਨੀ ਹਰਬੰਸ ਸਿੰਘ ਜੀ ਨੂੰ ਪੜ੍ਹਿਆ, ਪ੍ਰੋਫੈਸਰ ਸਾਹਿਬ ਸਿੰਘ ਤੇ ਇਸ ਤਰ੍ਹਾਂ ਡਿਟੇਲ 'ਚ ਜਾਂਦੇ ਹੀ ਨਹੀਂ ਹਨ ਕਿ ਕਿਹੜਾ ਸਵਾਲ ਹੈ ਤੇ ਕਿਹੜਾ ਜਵਾਬ ਹੈ। ਉਹ ਸਿੰਪਲ ਕੁਐਸਚਨ ਹੈ ਤੇ ਕੁਐਸਚਨ ਉਹਦੇ ਪਿੱਛੇ ਕੁਐਸਚਨ ਮਾਰਕ ਲਗਾਤਾ, ਜਵਾਬ ਹੈ ਤੇ ਉਹਦਾ ਜਵਾਬ ਲਿਖ ਦਿੱਤਾ। ਪਰ ਜਿਸ ਤਰ੍ਹਾਂ ਮੈਂ ਸੋਚ ਰਿਹਾ ਸਾਂ ਕਿ ਅਸੀਂ ਹਰ ਕੁਐਸਚਨ ਦਾ ਆਨਸਰ ਲੱਭੀਏ ਇਹਦੇ ਵਿੱਚੋਂ, ਉਸ ਤਰ੍ਹਾਂ ਜ਼ਿਆਦਾਤਰ ਵਿਦਵਾਨਾਂ ਨੇ ਨਹੀਂ ਕੀਤਾ ਹੋਇਆ। ਪਰ ਜਿਹੜਾ ਆਪਣੇ ਗਿਆਨੀ ਹਰਬੰਸ ਸਿੰਘ ਜੀ ਨੇ ਲਿਖਿਆ,
ਉਹਨਾਂ ਨੇ ਜੋ ਲਿਖਿਆ ਉਹਦੇ ਨਾਲ ਮੈਂ ਸਹਿਮਤ ਨਹੀਂ ਆ। ਉਹਨਾਂ ਨੇ ਲਿਖਿਆ ਕਿ ਜਿਹੜੇ ਉਤਲੇ ਕੁਐਸਚਨ ਨੇ ਉਹਨਾਂ ਨੂੰ ਗੁਰੂ ਜੀ ਕੋਈ ਅਹਿਮੀਅਤ ਹੀ ਨਹੀਂ ਦੇ ਰਹੇ। ਉਹਨਾਂ ਨੇ ਇਸ ਤਰ੍ਹਾਂ ਲਿਖਿਆ ਹੋਇਆ, ਤੇ ਉਹ ਉਤਲੇ ਸਾਰੇ ਜਿਹੜੇ ਸਵਾਲ ਨੇ ਉਹਨਾਂ ਨੂੰ ਛੱਡ ਰਹੇ ਨੇ। ਤੇ ਜਿਹੜਾ ਕੁਐਸਚਨ ਨੰਬਰ 37 ਹੈ, ਕਿਉਂ ਨਿਰਭਉ ਘਰ ਜਾਈਐ, ਇਸ ਨੂੰ ਅਹਿਮੀਅਤ ਦੇ ਰਹੇ ਨੇ। ਤੇ ਉਹ ਆਖਦੇ ਨੇ ਗੁਰ ਕੈ ਸ਼ਬਦ ਹਉਮੈ ਬਿਖ ਮਾਰੈ ਤਾਂ ਨਿਜ ਘਰ ਹੋਵੇ ਵਾਸੋ। ਵੀ ਕੋਈ ਬੰਦਾ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਹਉਮੈ ਰੂਪੀ ਜ਼ਹਿਰ ਨੂੰ ਮਾਰ ਲਵੇ ਤਾਂ ਉਹਦਾ ਨਿਜ ਘਰ ਵਿੱਚ ਵਾਸ ਹੋ ਸਕਦਾ ਹੈ। ਤੇ ਉਹ ਕਹਿੰਦੇ ਨੇ ਇਹਦੇ ਵਿੱਚ ਉਤਲੇ ਸਾਰੇ ਸਵਾਲਾਂ ਦੇ ਜਵਾਬ ਆ ਗਏ ਨੇ। ਪਰ ਮੈਂ ਅੱਗੇ ਦੱਸਣਾ ਚਾਹਾਂਗਾ ਕਿ ਆਦਿ ਕੋ ਕਵਨ ਵਿਚਾਰ ਕਥੀਅਲੇ, ਪੌੜੀ ਨੰਬਰ 23 ਚ ਕਹਿ ਰਹੇ ਨੇ ਆਦਿ ਕੋ ਬਿਸਮਾਦ ਵਿਚਾਰ ਕਥੀਅਲੇ। ਇਸ ਸਵਾਲ ਦਾ ਜਵਾਬ ਉਹਨਾਂ ਪੌੜੀ ਨੰਬਰ 23 ਚ ਦਿੱਤਾ ਹੋਇਆ। ਸੋ ਅੱਗੇ ਅਸੀਂ ਇਸ ਤਰ੍ਹਾਂ ਹੀ ਮੈਂ ਕੁਐਸਚਨ ਆਨਸਰ ਉਹਨਾਂ ਦੇ ਆਪਣੇ ਤੌਰ ਤੇ ਵੱਖਰੇ ਵੱਖਰੇ ਕਰਕੇ ਸਮਝਣ ਦੀ ਕੋਸ਼ਿਸ਼ ਕਰਦਾ ਸਾਂ। ਸੋ ਇਸ ਤਰ੍ਹਾਂ ਸਮਝ ਆ ਜਾਏਗੀ, ਆਪਾਂ ਸਾਰੇ ਸਮਝ ਪਾਵਾਂਗੇ। ਇਸੇ ਲਈ ਆਖਦੇ ਨੇ ਕਿ ਬਾਣੀ ਔਖੀ ਏ ਕਿ ਸਵਾਲ ਕਿਸੇ ਹੋਰ ਜਗ੍ਹਾ ਤੇ ਆ ਤੇ ਜਵਾਬ ਕਿਤੋਂ ਹੋਰ ਤੁਹਾਨੂੰ ਲੱਭਣਾ ਪੈਂਦਾ, ਫਿਰ ਥੋੜਾ ਜਿਹਾ ਇਸ ਕਰਕੇ ਔਖਾ ਲੱਗਦਾ ਹੈ। ਸੋ ਉਤਲੇ ਜਿਹੜੇ ਸਵਾਲ ਨੇ ਉਹਨਾਂ ਨੂੰ ਅਸੀਂ ਅਗਲੀ ਕਥਾ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਗਲੇ ਪੌੜੀ ਨੰਬਰ 23 ਵਿੱਚ। ਪਰ ਅੱਜ ਅਸੀਂ ਪੌੜੀ ਨੰਬਰ 21 ਪੂਰੀ ਕਰ ਲੈਂਦੇ ਹਾਂ। ਸੋ ਜਿਹੜਾ 37 ਨੰਬਰ ਸਵਾਲ ਹੈ, ਕਿਉਂ ਨਿਰਭਉ ਘਰ ਜਾਈਐ, ਤੇ ਉਹਦਾ ਜਵਾਬ ਇੱਥੇ ਗੁਰੂ ਜੀ ਨੇ ਦੇ ਦਿੱਤਾ ਹੈ ਕਿ ਜੇ ਗੁਰੂ ਦੇ ਸ਼ਬਦ ਰਾਹੀਂ ਬੰਦਾ ਹਉਮੈ ਰੂਪੀ ਜ਼ਹਿਰ ਨੂੰ ਮਾਰ ਲਵੇ ਤੇ ਉਹ ਨਿਜ ਘਰ ਵਿੱਚ ਉਹਦਾ ਵਾਸ ਹੋ ਸਕਦਾ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾ ਕਾ ਦਾਸੋ। ਗੁਰੂ ਨਾਨਕ ਸਾਹਿਬ ਇੱਥੇ ਆਪਣੇ ਵੱਲੋਂ ਇੱਕ ਜਿਵੇਂ ਸਟੇਟਮੈਂਟ ਦੇ ਰਹੇ ਨੇ, ਪ੍ਰਵਚਨ ਦੇ ਰਹੇ ਨੇ, ਕਿਸੇ ਸਵਾਲ ਦਾ ਜਵਾਬ ਨਹੀਂ ਹੈ ਕਿ ਜਿਨ ਰਚ ਰਚਿਆ, ਜਿਸ ਵਾਹਿਗੁਰੂ ਜੀ ਨੇ ਇਹ ਸ੍ਰਿਸ਼ਟੀ ਦੀ ਰਚਨਾ ਰਚੀਏ, ਤਿਸ ਸ਼ਬਦ ਪਛਾਣੈ, ਉਸ ਨੂੰ ਸ਼ਬਦ ਦੀ ਰਾਹੀਂ ਜੇ ਕੋਈ ਪਹਿਚਾਨ ਲਵੇ, ਨਾਨਕ ਤਾ ਕਾ ਦਾਸੋ, ਨਾਨਕ ਉਸ ਬੰਦੇ ਦਾ ਦਾਸ ਹੈ, ਉਸ ਸੇਵਕ ਦਾ, ਉਸ ਰੱਬ ਦੇ ਪਿਆਰੇ ਦਾ ਨਾਨਕ ਦਾਸ ਹੈ, ਸੇਵਕ ਹੈ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਜਿਸ ਨੇ ਸ੍ਰਿਸ਼ਟੀ ਦੀ ਰਚਨਾ ਰਚੀਏ, ਗੁਰੂ ਦੇ ਸ਼ਬਦ ਰਾਹੀਂ ਪਹਿਚਾਨ ਲਵੇ, ਮੈਂ ਉਸ ਦਾ ਦਾਸ ਹਾਂ। ਸੋ ਅੱਗੇ ਫਿਰ ਉਹਨਾਂ ਦੇ ਸਵਾਲ ਸ਼ੁਰੂ ਹੋ ਜਾਣੇ ਨੇ ਪੌੜੀ ਨੰਬਰ 22 ਚ, ਤੇ ਉਹਨਾਂ ਦੇ ਜਵਾਬ ਤੇ ਪੌੜੀ ਨੰਬਰ 23 ਵਿੱਚ, ਪੌੜੀ ਨੰਬਰ 21 ਵਾਲੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਆਪਾਂ ਫਿਰ ਅਗਲੀ ਕਥਾ ਵਿੱਚ, ਅਗਲੀ ਕਲਾਸ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਥੋੜਾ ਡੂੰਘੀ ਗਹਿਰਾਈ ਵਾਲੀ ਬਾਣੀ ਹੈ। ਸਵਾਲ ਵੀ ਉਹਨਾਂ ਦੇ ਬੜੇ ਅਧਿਆਤਮਿਕਤਾ ਨਾਲ ਸੰਬੰਧਿਤ ਨੇ, ਤੇ ਗੁਰੂ ਨਾਨਕ ਸਾਹਿਬ ਦੇ ਜਵਾਬ ਜਿਹੜੇ ਨੇ ਉਹ ਬੜੇ ਹੀ ਡੂੰਘੇ ਨੇ। ਸੋ ਮੈਨੂੰ ਬੜੀ ਉਮੀਦ ਹੈ ਕਿ ਮੈਂ ਇਹਨਾਂ ਨੂੰ ਨਹੀਂ ਕਰ ਪਾਵਾਂਗਾ। ਥੈਂਕ ਯੂ, ਕਿਉਂਕਿ ਬਹੁਤ ਗਹਿਰਾਈ ਹੈ ਇਹਦੇ ਵਿੱਚ, ਹੈ ਨਾ। ਸੋ ਪਰ ਦੇਖੋ, ਇੱਕ ਬਿਲਕੁਲ ਵੱਡੀ ਗੁੰਝਲ ਹੋਵੇ, ਉਹਦੇ ਵਿੱਚੋਂ ਜੇ ਅਸੀਂ 75-90% ਵੀ ਸਮਝ ਲਈਏ ਤੇ ਇਟਸ ਅਚੀਵਮੈਂਟ, ਜੋ ਤੁਹਾਡੀ ਮਿਹਰਬਾਨੀ ਨਾਲ ਹੋ ਰਿਹਾ। ਸ਼ੁਕਰੀਆ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਪਵਿੱਤਰ ਬਾਣੀ ਨੂੰ। ਤੇ ਤੁਸੀਂ ਜਦੋਂ ਘਰ ਜਾ ਕੇ ਪੜ੍ਹੋ, ਫਿਰ ਵੀ ਜੇ ਤੁਹਾਨੂੰ ਲੱਗੇ ਕਿ ਕਿਤੇ ਆਪਾਂ ਹੋਰ ਵੀ ਇਸ ਦੀ ਗਹਿਰਾਈ ਵਿੱਚ ਜਾ ਸਕਦੇ ਹਾਂ, ਤੇ ਆਪਾਂ ਹੋਰ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਭਾਵ ਸਾਰੇ ਮਿਲ ਕੇ, ਸਾਰੇ ਭੈਣ ਭਰਾ ਰਲ ਕੇ ਇਸ ਨੂੰ ਸਮਝੀਏ, ਮੇਰੇ ਇਕੱਲੇ ਤੇ ਨਾ ਛੱਡਣਾ। ਤੁਸੀਂ ਵੀ ਥੋੜਾ ਪੜ੍ਹੋ ਤੇ ਅਸੀਂ ਹੋਰ ਇਹਨੂੰ ਕਿਵੇਂ ਗਹਿਰਾਈ ਵਿੱਚ, ਜਿਵੇਂ ਅਨਹਦ ਰਾਤੇ ਵਾਲੀ ਗੱਲ ਏ, ਜਿਵੇਂ ਜੋਤ ਨਿਰੰਤਰ ਵਾਲੀ ਗੱਲ ਏ, ਹਨਾ, ਇਹ ਚੀਜ਼ਾਂ ਜਿਹੜੀਆਂ ਨੇ, ਸਹਿਜ ਸੰਤੋਖ ਦਾ ਜਿਹੜਾ ਆਸਨ ਏ, ਜਿਨੇ ਰਚਨ ਰਚਿਆ ਤੇ ਸ਼ਬਦ ਪਛਾਣਿਆ, ਉਹਨੂੰ ਕਿਵੇਂ ਸ਼ਬਦ ਰਾਹੀਂ ਅਸੀਂ ਪਹਿਚਾਣੀਏ। ਜੇ ਇਹਨਾਂ ਸਵਾਲਾਂ ਉੱਤੇ ਤੁਸੀਂ ਵੀ ਆਪਣੇ ਵਿਚਾਰ ਦਿਓ ਤੇ ਮੇਰੇ ਲਈ ਹੋਰ ਥੋੜਾ ਆਸਾਨ ਵੀ ਹੋਏਗਾ ਤੇ ਮੈਨੂੰ ਬਹੁਤ ਚੰਗਾ ਵੀ ਲੱਗੇਗਾ। ਸੋ ਅੱਜ ਇੰਨੇ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ